ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਸਬਸਕ੍ਰਾਈਬਰਸ ਨੇ ਉਹਨਾਂ ਤੋਂ ਮੈਂ ਮਾਫੀ ਚਾਹੁੰਦਾ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਵੀਡੀਓ ਹੈ ਜਿਹੜੀ ਉਹ ਮੈਂ ਅਪਲੋਡ ਨਹੀਂ ਕਰ ਪਾਇਆ ਕਿਉਂਕਿ ਸਿਹਤ ਖਰਾਬ ਹੋਣ ਦੇ ਕਾਰਨ ਲਗਭਗ 1 ਮਹੀਨੇ ਤੋਂ ਆਪਾਂ ਵੀਡੀਓ ਹੈ ਜਿਹੜੀ ਕੋਈ ਅਪਲੋਡ ਨਹੀਂ ਕੀਤੀ ਸੀ। ਬਟ ਇਸ ਤੋਂ ਅੱਗੇ ਆਪਣਾ ਜਿਹੜਾ ਸਿਲੇਬਸ ਹੈ ਆਪਾਂ ਉਸੇ ਤਰ੍ਹਾਂ ਕੰਟੀਨਿਊ ਕਰਾਂਗੇ। ਜਿਹੜੀ ਆਪਣੀ ਗ੍ਰਾਮਰ ਹੈ ਰੈਮੰਡ ਮਰਫੀ ਕੈਂਬਰਿਜ ਉਸ ਦੀਆਂ ਆਪਾਂ ਜਿਹੜੀਆਂ ਯੂਨਿਟਸ ਨੇ ਉਹ ਆਪਾਂ ਕਰ ਰਹੇ ਹਾਂ। ਇਸ ਤੋਂ ਅੱਗੇ ਵੀ ਆਪਾਂ ਉਸੇ ਤਰ੍ਹਾਂ ਕੰਟੀਨਿਊ ਹੈ ਜਿਹੜਾ ਆਪਣਾ ਰੱਖਾਂਗੇ। ਸੋ ਦੇਖੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣੀ ਯੂਨਿਟ ਨੰਬਰ ਹੈ ਜਿਹੜੀ 104 ਰੈਮੰਡ ਮਰਫੀ। ਇਸ ਯੂਨਿਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਦੇਖੋ ਕੁਆਇਟ, ਪ੍ਰੈਟੀ, ਰੈਦਰ ਐਂਡ ਫੇਅਰਲੀ। ਸਭ ਤੋਂ ਪਹਿਲਾਂ ਤਾਂ ਦੇਖੋ ਜਿਹੜੇ ਇਹ ਸ਼ਬਦ ਨੇ ਕੁਆਇਟ, ਪ੍ਰੈਟੀ, ਰੈਦਰ, ਫੇਅਰਲੀ, ਹੋ ਸਕਦਾ ਇਹ ਸ਼ਬਦਾਂ ਦਾ ਆਪਾਂ ਯੂਜ਼ ਕਿਸੇ ਹੋਰ ਮੀਨਿੰਗ ਦੇ ਲਈ ਵੀ ਕੀਤਾ ਹੋਵੇ, ਬਟ ਇਸ ਯੂਨਿਟ ਦੇ ਵਿੱਚ ਆਪਾਂ ਇਹਨਾਂ ਦਾ ਜਿਹੜਾ ਯੂਜ਼ ਹੈ ਉਹ ਕਿਸ ਤਰ੍ਹਾਂ ਕਰਨਾ ਹੈ, ਕਿਸ ਚੀਜ਼ ਦੇ ਲਈ ਕਰਨਾ ਹੈ ਉਹ ਆਪਾਂ ਸਮਝਾਂਗੇ। ਸਭ ਤੋਂ ਪਹਿਲਾਂ ਤਾਂ ਦੇਖੋ ਇਹਨਾਂ ਬਾਰੇ ਸਮਝਦੇ ਹਾਂ, ਇਹਨਾਂ ਦਾ ਮਤਲਬ ਕੀ ਹੈ। ਲਗਭਗ ਇਹਨਾਂ ਚਾਰ ਜਿਹੜੇ ਸ਼ਬਦ ਨੇ ਇਹ ਚਾਰਾਂ ਦਾ ਮੀਨਿੰਗ ਲਗਭਗ ਸੇਮ ਹੈ। ਇਹਨਾਂ ਦਾ ਯੂਜ਼ ਆਪਾਂ ਕਦੋਂ ਕਰਦੇ ਹਾਂ, ਦੇਖੋ ਸਭ ਤੋਂ ਪਹਿਲਾਂ ਇਹ ਸਮਝਾਂਗੇ। ਦੇਖੋ ਇਹ ਪੜੋ, ਯੂ ਕੈਨ ਯੂਜ਼। ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਯੂਜ਼ ਕਰ ਸਕਦੇ ਹਾਂ ਕਿਸ ਦਾ, ਕੁਆਇਟ, ਪ੍ਰੈਟੀ, ਰੈਦਰ, ਫੇਅਰਲੀ। ਇਹਨਾਂ ਦਾ ਆਪਾਂ ਯੂਜ਼ ਕਰਾਂਗੇ, ਮਤਲਬ ਕਿ ਆਪਾਂ ਇਹਨਾਂ ਚਾਰਾਂ ਚੋਂ ਕਿਸੇ ਇੱਕ ਨੂੰ ਯੂਜ਼ ਕਰਾਂਗੇ, ਕੁਆਇਟ, ਪ੍ਰੈਟੀ, ਰੈਦਰ ਜਾਂ ਫਿਰ ਫੇਅਰਲੀ। ਪਲੱਸ ਉਸ ਤੋਂ ਬਾਅਦ ਆਪਣੇ ਲਵੇ ਹੋਏਗਾ ਐਡਜੈਕਟਿਵ। ਐਡਜੈਕਟਿਵ ਹੁੰਦਾ ਜੋ ਕਿਸੇ ਨਾਉਨ ਜਾਂ ਪ੍ਰੋਨਾਉਨ ਦੀ ਵਿਸ਼ੇਸ਼ਤਾ ਦੱਸਦਾ ਹੈ। ਇਹ ਆਪਾਂ ਐਡਜੈਕਟਿਵਸ ਬਾਰੇ ਪਹਿਲਾਂ ਵੀ ਆਪਾਂ ਕਈ ਵਾਰ ਚਰਚਾ ਕਰ ਚੁੱਕੇ ਹਾਂ। ਜਾਂ ਫਿਰ ਐਡਵਰਬ। ਐਡਵਰਬ ਹੁੰਦੇ ਨੇ ਜੋ ਕਿਸੇ ਵਰਬ ਦੀ ਵਿਸ਼ੇਸ਼ਤਾ ਦੱਸਦੇ ਨੇ, ਠੀਕ ਹੈ। ਤਾਂ ਇਸ ਤਰ੍ਹਾਂ ਸਟਰਕਚਰ ਹੈ ਜਿਹੜਾ ਉਹ ਬਣੇਗਾ। ਇਹਨਾਂ ਦਾ ਮੀਨਿੰਗ ਕੀ ਹੈ ਅੱਗੇ ਆਪਾਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸੋ ਯੂ ਕੈਨ ਯੂਜ਼, ਤਾਂ ਇਸ ਤਰੀ ਆਪਾਂ ਸੋ ਯੂ ਕੈਨ ਸੇ, ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ। ਦੇਖੋ ਇਟਸ ਅ ਕੁਆਇਟ ਹੌਟ। ਦੇਖੋ ਇਟਸ ਅ ਕੁਆਇਟ ਹੌਟ। ਦੇਖੋ ਇਹ ਹੌਟ ਆ ਗਿਆ ਆਪਣਾ ਐਡਜੈਕਟਿਵ, ਕਿਉਂਕਿ ਹੌਟ ਕਿਸੇ ਨਾਉਨ ਦੇ ਲਈ ਯੂਜ਼ ਹੋ ਸਕਦਾ ਹੈ। ਹੌਟ ਕੋਈ ਵੀ ਚੀਜ਼ ਹੋ ਸਕਦੀ ਹੈ, ਵਾਟਰ ਹੌਟ ਹੋ ਸਕਦਾ ਹੈ, ਟੀ ਹੋ ਸਕਦੀ ਹੈ, ਕੌਫੀ ਹੋ ਸਕਦੀ ਹੈ, ਮਿਲਕ ਹੋ ਸਕਦਾ ਹੈ, ਠੀਕ ਹੈ। ਤਾਂ ਆਪਾਂ ਕਹਿ ਸਕਦੇ ਹਾਂ ਇਟਸ ਕੁਆਇਟ ਹੌਟ, ਜਾਂ ਫਿਰ ਇਟਸ ਪ੍ਰੈਟੀ ਹੌਟ, ਜਾਂ ਫਿਰ ਇਟਸ ਰੈਦਰ ਹੌਟ, ਜਾਂ ਫਿਰ ਇਟਸ ਫੇਅਰਲੀ ਹੌਟ। ਹੁਣ ਆਪਾਂ ਇਹ ਚਾਰਾਂ ਨੂੰ ਯੂਜ਼ ਕਰਕੇ ਕਹਿ ਸਕਦੇ ਹਾਂ, ਬਟ ਇਸ ਦਾ ਮੀਨਿੰਗ ਕੀ ਹੋਇਆ। ਜੇਕਰ ਆਪਾਂ ਕਹਿੰਦੇ ਹਾਂ ਇਟਸ ਕੁਆਇਟ ਹੌਟ, ਇਸ ਦਾ ਮਤਲਬ ਕੀ ਹੋਇਆ, ਜਾਂ ਫਿਰ ਇਟਸ ਪ੍ਰੈਟੀ ਹੌਟ, ਤਾਂ ਇਸ ਦਾ ਕੀ ਮਤਲਬ ਹੈ। ਦੇਖੋ ਇਸ ਦਾ ਮਤਲਬ ਕੀ ਹੈ, ਕੁਆਇਟ, ਪ੍ਰੈਟੀ, ਰੈਦਰ, ਫੇਅਰਲੀ। ਇਹਨਾਂ ਚਾਰਾਂ ਦਾ ਮਤਲਬ ਕੀ ਹੈ, ਲੈਸ ਦੈਨ ਵੈਰੀ ਬਟ ਮੋਰ ਦੈਨ ਅ ਲਿਟਲ। ਦੇਖੋ ਵੈਰੀ ਹੁੰਦਾ ਬਹੁਤ ਜ਼ਿਆਦਾ ਔਰ ਅ ਲਿਟਲ ਹੁੰਦਾ ਬਹੁਤ ਘੱਟ। ਹੁਣ ਜਿਹੜੇ ਇਹ ਚਾਰੋਂ ਸ਼ਬਦ ਨੇ ਇਹਨਾਂ ਦਾ ਮਤਲਬ ਹੁੰਦਾ ਲੈਸ ਦੈਨ ਵੈਰੀ, ਮਤਲਬ ਕਿ ਬਹੁਤ ਜ਼ਿਆਦਾ ਤੋਂ ਘੱਟ, ਬਟ ਮੋਰ ਦੈਨ ਲਿਟਲ, ਅਤੇ ਬਹੁਤ ਘੱਟ ਤੋਂ ਜ਼ਿਆਦਾ। ਕਹਿਣ ਦਾ ਮਤਲਬ ਕੀ ਹੈ, ਮੰਨ ਲਓ ਆਪਣੇ ਕੋਲ ਚਾਹ ਦਾ ਕੱਪ ਹੈ। ਹੁਣ ਚਾਹ ਦਾ ਕੱਪ ਜੇਕਰ ਬਹੁਤ ਜ਼ਿਆਦਾ ਮਤਲਬ ਠੰਡਾ ਹੈ, ਮਤਲਬ ਕਿ ਬਹੁਤ ਘੱਟ ਗਰਮ ਹੈ, ਠੰਡਾ ਹੈ, ਪੀਣ ਯੋਗ ਨਹੀਂ ਹੈਗਾ, ਫਿਰ ਵੀ ਆਪਾਂ ਨੂੰ ਸਵਾਦ ਨਹੀਂ ਲੱਗਣਾ। ਜੇਕਰ ਉਹ ਬਹੁਤ ਜ਼ਿਆਦਾ ਗਰਮ ਹੈ ਫਿਰ ਵੀ ਆਪਾਂ ਉਸ ਨੂੰ ਨਹੀਂ ਪੀ ਸਕਾਂਗੇ। ਹੁਣ ਉੱਥੇ ਜੇ ਤਾਂ ਬਹੁਤ ਘੱਟ ਹੈ, ਮਤਲਬ ਠੰਡਾ, ਬਿਲਕੁਲ ਠੰਡਾ ਹੈ, ਬਹੁਤ ਘੱਟ ਗਰਮ ਹੈ, ਫਿਰ ਤਾਂ ਆਪਾਂ ਅ ਲਿਟਲ ਦਾ ਯੂਜ਼ ਕਰਾਂਗੇ। ਔਰ ਜੇਕਰ ਬਹੁਤ ਜ਼ਿਆਦਾ ਗਰਮ ਹੈ ਫਿਰ ਆਪਾਂ ਵੈਰੀ ਹੌਟ ਕਹਾਂਗੇ। ਬਟ ਜੇਕਰ ਆਪਾਂ ਕੁਆਇਟ ਹੌਟ, ਪ੍ਰੈਟੀ ਹੌਟ, ਰੈਦਰ ਹੌਟ ਜਾਂ ਫਿਰ ਫੇਅਰਲੀ ਹੌਟ ਕਹਾਂਗੇ ਤਾਂ ਉਸ ਦਾ ਮਤਲਬ ਹੁੰਦਾ ਹੈ ਕਿ ਬਹੁਤ ਘੱਟ ਤੋਂ ਜ਼ਿਆਦਾ ਔਰ ਬਹੁਤ ਜ਼ਿਆਦਾ ਤੋਂ ਥੋੜਾ ਘੱਟ, ਮਤਲਬ ਕਿ ਠੀਕ ਠਾਕ, ਜਿੰਨਾ ਕੁ ਆਪਾਂ ਨੂੰ ਚਾਹੀਦਾ। ਤਾਂ ਇਸ ਲਈ ਇਹਨਾਂ ਦਾ ਮਤਲਬ ਕੀ ਹੁੰਦਾ ਤੁਸੀਂ ਸਮਝ ਗਏ, ਵੈਰੀ ਤੋਂ ਘੱਟ ਹੁੰਦਾ ਹੈ ਔਰ ਅ ਲਿਟਲ ਤੋਂ ਥੋੜਾ ਜਿਹਾ ਇਹਨਾਂ ਦਾ ਮੀਨਿੰਗ ਜ਼ਿਆਦਾ ਹੁੰਦਾ ਹੈ। ਆਈ ਹੋਪ ਕਿ ਤੁਹਾਡੇ ਲਈ ਇੰਨਾ ਕਾਫੀ ਹੈ, ਤੁਸੀਂ ਇਹਨਾਂ ਦਾ ਮੀਨਿੰਗ ਸਮਝ ਗਏ। ਸਾਰਿਆਂ ਦਾ ਮੀਨਿੰਗ ਲਗਭਗ ਇੱਕੋ ਹੈ। ਹੁਣ ਸਾਰਿਆਂ ਵਿੱਚ ਅੱਗੇ ਫਰਕ ਕੀ ਹੈ ਉਹ ਆਪਾਂ ਅੱਗੇ ਪੜਾਂਗੇ। ਹੁਣ ਦੇਖੋ ਅੱਗੇ ਆਪਾਂ ਗੱਲ ਕਰਦੇ ਹਾਂ ਇਹਨਾਂ ਬਾਰੇ, ਮੀਨਿੰਗ ਤੁਹਾਨੂੰ ਇਹਨਾਂ ਬਾਰੇ ਪਤਾ ਚੱਲ ਗਿਆ, ਇਹਨਾਂ ਦਾ ਮੀਨਿੰਗ ਕੀ ਹੁੰਦਾ ਹੈ ਨਾ। ਹੁਣ ਅੱਗੇ ਦੇਖੋ ਕੁਆਇਟ ਅਤੇ ਪ੍ਰੈਟੀ, ਆਪਾਂ ਕੁਆਇਟ ਅਤੇ ਪ੍ਰੈਟੀ ਦੀ ਗੱਲ ਕਰਦੇ ਹਾਂ। ਇਹਨਾਂ ਦਾ ਮਤਲਬ ਕੀ ਹੁੰਦਾ, ਦੇ ਆਰ ਸਿਮਿਲਰ ਇਨ ਮੀਨਿੰਗ। ਮੀਨਿੰਗ ਦੇ ਵਿੱਚ ਤਾਂ ਦੋਨੋਂ ਹੀ ਸਿਮਿਲਰ ਨੇ ਕਿਉਂਕਿ ਸਾਰੇ ਹੀ ਸਿਮਿਲਰ ਨੇ, ਚਾਰ ਦੇ ਚਾਰੋਂ, ਕੋਈ ਫਰਕ ਨਹੀਂ ਹੈਗਾ। ਬਟ ਇਹਨਾਂ ਦੋਵਾਂ ਦੇ ਵਿੱਚ ਫਰਕ ਵੀ ਹੈ। ਸਭ ਤੋਂ ਪਹਿਲਾਂ ਤਾਂ ਸਿਮਿਲਰ ਨੇ, ਉਹ ਆਪਾਂ ਐਗਜ਼ਾਮਪਲ ਕਰਦੇ ਹਾਂ। ਦੇਖੋ ਆਈ ਐਮ ਸਰਪ੍ਰਾਈਜ਼ਡ, ਆਪਾਂ ਕਹਿ ਰਹੇ ਹਾਂ ਕਿਸੇ ਨੂੰ ਆਈ ਐਮ ਸਰਪ੍ਰਾਈਜ਼ਡ ਯੂ ਹੈਵ ਨਾਟ ਹੀਅਰਡ ਆਫ ਹਰ। ਕਹਿੰਦਾ ਮੈਂ ਸਰਪ੍ਰਾਈਜ਼ਡ ਹਾਂ, ਮੈਂ ਹੈਰਾਨ ਹਾਂ ਕਿ ਤੁਸੀਂ ਉਸ ਦੇ ਬਾਰੇ ਸੁਣਿਆ ਨਹੀਂ। ਮਤਲਬ ਕਿਸੇ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਤੁਸੀਂ ਉਸ ਦੇ ਬਾਰੇ ਸੁਣਿਆ ਨਹੀਂ। ਸ਼ੀ ਇਜ਼ ਕੁਆਇਟ ਫੇਮਸ, ਜਾਂ ਫਿਰ ਸ਼ੀ ਇਜ਼ ਪ੍ਰੈਟੀ ਫੇਮਸ, ਕਿ ਤੁਸੀਂ ਉਸ ਦੇ ਬਾਰੇ ਸੁਣਿਆ ਨਹੀਂ ਹੈਗਾ, ਉਸ ਦਾ ਨਾਮ ਸੁਣਿਆ ਨਹੀਂ ਕਿਉਂਕਿ ਉਹ ਕੁਆਇਟ ਫੇਮਸ ਹੈ, ਮਤਲਬ ਕਿ ਉਹ ਬਹੁਤ ਫੇਮਸ ਹੈ, ਜਾਂ ਫਿਰ ਪ੍ਰੈਟੀ ਫੇਮਸ ਹੈ।
बहुत फेमस है, दोनों का मीनिंग एक ही है। हुण इत्थे इहदा मतलब की है, वो फेमस है, क्वाइट फेमस है या फिर प्रेटी फेमस है, मतलब कि ना तो बहुत ज़्यादा फेमस है ना बहुत घट फेमस है, मतलब कि ठीक ठाक फेमस हैगी है, मतलब कि इन्नी क फेमस हैगी है ठीक ठाक कि तुसीं उसका नाम है जिहड़ा हुण तक सुनना चाहिदा सी तुसीं ने, बट तुसीं ने नहीं सुनिया, तो मैं सरप्राइज हाँ। देखो लैस दैन वेरी फेमस तो घट है, बट मोर दैन अ लिटल फेमस, बट बहुत घट तो थोड़ी ज़्यादा फेमस है। सो ये तो इन्हां दा सिमिलर मीनिंग हो गया। हुण इन्हां दे विच आपस दे विच फर्क की है, देखो सब तो पहला क्वाइट की गल करते आपां, की लिखिया है क्वाइट गोज बिफोर अ एन। देखो अ ते एन दा आपां यूज़ कित्थे करदे आ, जिथे कोई काउंटेबल नाउन होवे ते सिंगुलर नाउन होवे तां आपां अ ते एन दा यूज़ करदे आ। हुण तुसीं ख्याल की रखना है, जेकर आपां नूं कोई खाली जगह दी हुई है, उस जगह ते आपां ने फिल करना है ना क्वाइट या फिर प्रेटी। जेकर उस खाली जगह तो बाद अ ते एन लग्या होया है तो इत्थे क्वाइट आएगा, जेकर उस तो पहला अ या फिर एन तो हो नहीं सकता, क्योंकि प्रेटी दे नाल एन तो लग नहीं सकता, फिर इत्थे प्रेटी आएगा। जिद्दां देखो दोबारा पढ़दा मैं, क्वाइट गोज बिफोर अ ते एन, अ ते एन तो आपां क्वाइट का यूज़ पहला करांगे। पहला किस तरह, देखो एग्जाम्पल, वी लिव इन क्वाइट एन ओल्ड हाउस, मतलब कि असीं एक पुराने बहुत पुराने घर दे विच रहने आ। क्वाइट एन ओल्ड हाउस मतलब कि ना तो बहुत ज़्यादा पुराना है ना बहुत घट पुराना है, बट इत्थे मेन चीज़ तुसीं ने देखनी की है, जिहड़ा क्वाइट है उसका यूज़ देखो एन तो पहला होया, मतलब इत्थे इस तरह नहीं आएगा वी लिव, इस तरह नहीं आएगा अ क्वाइट ओल्ड हाउस नहीं आएगा, क्वाइट एन ओल्ड हाउस, एन तां लग्या क्योंकि ओल्ड है, ओल्ड का जिहड़ा साउंड है वॉवल साउंड है, उड़ा अड़ा इड़ी तां करके एन। आई होप कि तुसीं समझ गए कि क्वाइट का यूज़ आपां अ ते एन तो पहला करांगे। देखो कंपेयर करो, बट जिहड़ा प्रेटी है, प्रेटी का जिहड़ा यूज़ है अ ते एन तो बाद दे विच हुंदा। जिस तरह देखो इक्को ही एग्जाम्पल आपां दो प्रेटी अते क्वाइट नाल आपां देखो इत्थे तुहानूं समझाउणे आ। सारा हैज़ क्वाइट अ गुड जॉब, सारा दे कोल एक बहुत वधिया जॉब है। देखो अ गुड जॉब, क्वाइट अ गुड जॉब, क्वाइट है जिहड़ा अ तो पहला यूज़ होया, बट जेकर आप प्रेटी यूज़ करांगे तो आप कहांगे सारा हैज़ अ प्रेटी गुड जॉब, तो इत्थे देखो प्रेटी इत्थे यूज़ होया, अ इस तो पहला है। आई होप कि क्वाइट अते प्रेटी दे विच जिहड़ा पहला फर्क है वो तुहानूं पता चल गया होवेगा। जिहड़ा क्वाइट है अ ते एन तो पहला यूज़ होएगा, और जिहड़ा प्रेटी है वो अ ते एन तो जस्ट बाद यूज़ होएगा। पहली गल तो यह होगी। हुण अगला, यू कैन ऑल्सो यूज क्वाइट बट नॉट प्रेटी इन द फॉलोइंग वेज। हुण अगे आपां नूं तिन रूल्स ने, ये जिहड़े तिन रूल्स ने इन्हां दे विच आपां क्वाइट का यूज़ करांगे, प्रेटी का यूज़ आपां नहीं करांगे। वो तिन किहड़े ने वो देखो, वो समझो बस तुसीं ये, क्वाइट प्लस अ एन प्लस नाउन, जेकर विदाउट एन एडजैक्टिव, मतलब इत्थे अ ते एन तो बाद कोई एडजैक्टिव नहीं होएगा, सिर्फ कोई नाम होएगा। नाम तो किसी भी चीज़ का नाम हो सकता है विदाउट एन एडजैक्टिव, तो उत्थे आपां क्वाइट का यूज़ करांगे। पहली गल तो इत्थे यही क्लीयर है, जेकर तुहाडे कोल कोई खाली जगह होंदी है प्लस उस तो बाद अ ते एन है प्लस उस तो बाद नाउन है, पहली गल तो यही है। जेकर इत्थे तुहानूं ऑप्शन देती क्वाइट ते प्रेटी दी, तो देखो अ ते एन बाद च है, खाली जगह जी पहला दी है, तो ऑबवियस आप इत्थे क्वाइट यूज़ करांगे, क्योंकि अ ते एन प्रेटी तो जिहड़ा पहला यूज़ होएगा। तो इस जगह पर आपां प्रेटी का आप क्वाइट का यूज़ करांगे, ठीक है। जिस तरह एग्जाम्पल देखो, आई डिडेंट एक्सपैक्ट टू सी दैम, कहना मैं एक्सपैक्ट नहीं किया सी उन्होंने मिलना, मतलब कि मैनू मिल जाएंगे, मैं एक्सपैक्ट नहीं किया सी। इट वॉज क्वाइट अ सरप्राइज, एक सरप्राइज सीगा। देखो क्वाइट अ सरप्राइज इत्थे नाउन है, या फिर इस तरह भी हो सकता है क्वाइट अ बिग सरप्राइज, इस तरह भी लिखा हो सकता है, कोई प्रॉब्लम नहीं। तो इत्थे आप क्वाइट का यूज़ किया। अगली देखो दूसरा नंबर, क्वाइट अ लॉट ऑफ, बिल्कुल सिंपल है। जेकर अ लॉट ऑफ का यूज़ किया गया है, उस तो पहला अ लॉट ऑफ, इत्थे अ लॉट ऑफ का यूज़ है, उस तो पहला खाली जगह है, तो उत्थे आपां हमेशा क्वाइट का यूज़ करांगे, क्योंकि प्रेटी अ लॉट ऑफ नहीं आएगा, क्वाइट अ लॉट ऑफ ही आएगा। एग्जाम्पल, देयर वर क्वाइट अ लॉट ऑफ पीपल एट द मीटिंग दे विच क्वाइट अ लॉट ऑफ पीपल सीगे, मतलब कि बहुते ज़्यादा भी नहीं सी बहुते घट भी नहीं सी। लास्ट क्वाइट प्लस वर्ब स्पैशली लाइक एंड इंजॉय, इन्होंने स्पैशली लाइक अते इंजॉय की गल की है, मतलब कि जेकर पहला खाली जगह अपने कोल, उस तो बाद कोई वर्ब है, वर्ब मतलब कि स्पैशली इन्होंने लाइक ते इंजॉय कहा, तुसीं लाइक ते इंजॉय ही याद रखो।
ਤਾਂ ਉਸ ਤੋਂ ਪਹਿਲਾਂ ਆਪਾਂ pretty ਦਾ ਯੂਜ਼ ਨਹੀਂ ਕਰਾਂਗੇ, ਆਪਾਂ quite ਦਾ ਯੂਜ਼ ਕਰਾਂਗੇ। ਜਿਸ ਤਰ੍ਹਾਂ ਦੇਖੋ I quite like tennis, I ਦੇਖੋ quite like tennis, ਇਹ like ਹੋ ਗਿਆ ਵਰਬ ਦੀ ਫਾਰਮ, like ਤੋਂ ਪਹਿਲਾਂ quite ਦਾ ਯੂਜ਼ ਕੀਤਾ। I quite like tennis, ਮੈਂ ਟੈਨਿਸ ਨੂੰ ਜ਼ਿਆਦਾ ਪਸੰਦ ਕਰਦੀ ਹਾਂ, ਬਟ ਇਟਸ ਨਾਟ ਮਾਈ ਫੇਵਰੇਟ ਸਪੋਰਟ, ਪਰ ਇਹ ਮੇਰੀ ਫੇਵਰੇਟ ਗੇਮ ਹੈ ਜਿਹੜੀ ਉਹ ਨਹੀਂ ਹੈਗੀ। ਹੁਣ ਇੱਥੇ ਆਪਾਂ pretty ਦਾ ਯੂਜ਼ ਨਹੀਂ ਕਰਾਂਗੇ, I pretty like ਨਹੀਂ ਕਹਾਂਗੇ, I quite like। ਇਹ ਤਿੰਨ ਰੂਲ ਯਾਦ ਰੱਖਣੇ ਨੇ। ਮੈਂ ਦੁਬਾਰਾ ਰਿਪੀਟ ਕਰਦਾ, ਜੇਕਰ ਇਹ ਵਾਲਾ ਸਟਰਕਚਰ ਹੈ quite ਪਲੱਸ ਅ ਤੇ ਐਨ ਹੈ, ਉਸ ਤੋਂ ਬਾਅਦ ਪਲੱਸ ਕੋਈ ਨਾਊਨ ਹੈ ਵਿਦਾਊਟ ਐਡਜੈਕਟਿਵ ਨਾ ਹੋਵੇ, ਤਾਂ ਉੱਥੇ ਆਪਾਂ ਕੁਆਇਟ ਦਾ ਯੂਜ਼ ਕਰਾਂਗੇ। ਵੈਸੇ ਵੀ ਓਬਵੀਅਸ ਹੈ, ਜੇਕਰ ਪਹਿਲਾਂ ਅ ਤੇ ਐਨ ਹੈ, ਅ ਤੇ ਐਨ ਤੋਂ ਪਹਿਲਾਂ ਹਮੇਸ਼ਾ ਕੁਆਇਟ ਆਏਗਾ। ਪ੍ਰੈਟੀ, ਕਿਉਂਕਿ ਪ੍ਰੈਟੀ ਤਾਂ ਇੱਥੇ ਆਏਗਾ ਇਸ ਜਗ੍ਹਾ ਤੇ, ਅ ਤੇ ਐਨ ਤੋਂ ਬਾਅਦ, ਤਾਂ ਇਹ ਯਾਦ ਰੱਖਣਾ ਹੈ। ਔਰ ਦੂਸਰਾ ਅ ਲੋਟ ਆਫ ਤੋਂ ਪਹਿਲਾਂ ਕੁਆਇਟ ਦਾ ਯੂਜ਼ ਕਰਨਾ, ਇੱਥੇ ਪ੍ਰੈਟੀ ਨਹੀਂ ਆਏਗਾ। ਔਰ ਤੀਸਰਾ ਵਰਬ ਤੋਂ ਪਹਿਲਾਂ ਕੁਆਇਟ ਦਾ ਯੂਜ਼ ਕਰਨਾ, ਸਪੈਸ਼ਲੀ ਲਾਈਕ ਅਤੇ ਇੰਜੋਏ। ਇਹ ਤਿੰਨੋਂ ਰੂਲ ਯਾਦ ਰੱਖਣੇ। ਔਰ ਉੱਪਰ ਤੁਹਾਨੂੰ ਪਤਾ ਹੀ ਹੈ ਜਿਹੜਾ ਕੁਆਇਟ ਹੈ ਗੋਜ਼ ਬਿਫੋਰ ਅ ਤੇ ਐਨ ਆਪਾਂ ਕਰ ਚੁੱਕੇ। ਔਰ ਇਸ ਤੋਂ ਉੱਪਰ ਮੈਂ ਤੁਹਾਨੂੰ ਸਮਝਾਇਆ ਸੀ ਇਹਨਾਂ ਦਾ ਮੀਨਿੰਗ ਕੀ ਹੈ, ਬਹੁਤ ਜ਼ਿਆਦਾ ਤੋਂ ਘੱਟ ਔਰ ਬਹੁਤ ਘੱਟ ਤੋਂ ਜ਼ਿਆਦਾ। ਐਂਡ ਹੁਣ ਅੱਗੇ ਆਪਾਂ ਆਪਣੀ ਇਸ ਯੂਨਿਟ ਦੀ ਐਕਸਰਸਾਈਜ਼ ਹੈ ਜਿਹੜੀ ਉਹ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਫਸਟ ਐਕਸਰਸਾਈਜ਼ ਹੈ ਜਿਹੜੀ ਉਹ ਆਪਾਂ ਕਰਾਂਗੇ। ਦੇਖੋ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਕੰਪਲੀਟ ਦ ਸੈਂਟੈਂਸਸ। ਜਿਹੜੇ ਇਹ ਸੈਂਟੈਂਸ ਨੇ ਆਪਾਂ ਨੇ ਕੰਪਲੀਟ ਕਰਨੇ ਨੇ। ਹਰ ਇੱਕ ਸੈਂਟੈਂਸ ਦੇ ਵਿੱਚ ਬਲੈਂਕ ਹੈ ਜੋ ਤੁਹਾਨੂੰ ਦਿਖ ਰਹੀ ਹੈ, ਆਪਾਂ ਨੇ ਕੰਪਲੀਟ ਕਰਨੇ ਨੇ ਯੂਜ਼ਿੰਗ, ਆਪਾਂ ਨੇ ਯੂਜ਼ ਕੀ ਕਰਨਾ ਹੈ, ਕੁਆਇਟ ਪਲੱਸ ਦ ਫੋਲੋਇੰਗ। ਮਤਲਬ ਕਿ ਹਰ ਇੱਕ ਬਲੈਂਕ ਦੇ ਵਿੱਚ ਕੁਆਇਟ ਤਾਂ ਆਪਾਂ ਨੇ ਯੂਜ਼ ਕਰਨਾ ਹੀ ਕਰਨਾ ਹੈ, ਬਸ ਕੱਲਾ ਕੁਆਇਟ ਹੀ ਯੂਜ਼ ਕਰਨਾ ਹੈ। ਉਸ ਤੋਂ ਬਾਅਦ ਪਲੱਸ ਦ ਫੋਲੋਇੰਗਸ ਮਤਲਬ ਕਿ ਆਪਾਂ ਨੇ ਇਹ ਸਾਰੇ ਜਿਹੜੇ ਯੂਜ਼ ਕਰਨੇ ਨੇ। ਕੁਆਇਟ ਤੋਂ ਬਾਅਦ ਮਤਲਬ ਕਿ ਆਪਾਂ ਯੂਜ਼ ਕਰਾਂਗੇ ਕੁਆਇਟ ਗੁੱਡ, ਕੁਆਇਟ ਹੰਗਰੀ, ਕੁਆਇਟ ਲੇਟ, ਕੁਆਇਟ ਨੋਇਸੀ, ਕੁਆਇਟ ਫੇਮਸ, ਇਸ ਤਰ੍ਹਾਂ। ਬਟ ਆਪਾਂ ਨੂੰ ਪਤਾ ਕਿਸ ਤਰ੍ਹਾਂ ਚੱਲੇਗਾ, ਆਪਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਕਰ ਚੁੱਕੇ ਹਾਂ। ਉਹ ਅਕੋਰਡਿੰਗਲੀ ਸੈਂਸ, ਮਤਲਬ ਕਿ ਆਪਾਂ ਜਿਹੜਾ ਸੈਂਟੈਂਸ ਹੈ ਪੜਾਂਗੇ ਉਸ ਦੀ ਸੈਂਸ ਦੇ ਮੁਤਾਬਕ ਉੱਪਰੋਂ ਕਿਹੜਾ ਆਏਗਾ ਉਹ ਆਪਾਂ ਨੂੰ ਬਿਲਕੁਲ ਸਾਫ਼ ਪਤਾ ਚੱਲੇਗਾ, ਉਹ ਆਪਾਂ ਕੁਆਇਟ ਦੇ ਨਾਲ ਉੱਥੇ ਲਗਾ ਦੇਵਾਂਗੇ। ਸੋ ਦੇਖੋ ਆਪਾਂ ਸਟਾਰਟ ਕਰਦੇ ਹਾਂ। ਬਾਕੀ ਰੂਲਸ ਨੇ ਜਿਹੜੇ ਆਪਾਂ ਨੇ ਪਹਿਲਾਂ ਪੜ੍ਹੇ ਨੇ, ਕੁਆਇਟ, ਪ੍ਰੈਟੀ, ਇਹਨਾਂ ਦੇ ਬਾਰੇ, ਰੈਦਰ, ਫੇਅਰਲੀ, ਉਹ ਆਪਾਂ ਨੂੰ ਅੱਗੇ ਕੰਮ ਆਉਣਗੇ। ਫਿਲਹਾਲ ਇਸ ਦੇ ਵਿੱਚ ਆਪਾਂ ਕੁਆਇਟ ਦਾ ਹੀ ਯੂਜ਼ ਕਰਨਾ ਹੈ ਪਲੱਸ ਦ ਫੋਲੋਇੰਗਸ। ਫਸਟ ਵਾਲਾ ਦੇਖੋ, ਫਸਟ ਦੇ ਵਿੱਚ ਕੀ ਕਹਿ ਰਿਹਾ ਹੈ, ਆਈ ਐਮ ਸਰਪ੍ਰਾਈਜ਼ਡ, ਕਹਿੰਦਾ ਮੈਂ ਸਰਪ੍ਰਾਈਜ਼ਡ, ਮੈਂ ਹੈਰਾਨ ਹਾਂ। ਯੂ ਹੈਵਨਟ ਹੀਅਰਡ ਆਫ ਹਰ, ਕੀ ਤੂੰ ਉਸ ਦੇ ਬਾਰੇ ਸੁਣਿਆ ਨਹੀਂ? ਇਹ ਆਪਾਂ ਐਗਜ਼ਾਮਪਲ ਦੇ ਵਿੱਚ ਵੀ ਕੀਤਾ ਸੀਗਾ। ਕਹਿੰਦਾ ਮੈਂ ਹੈਰਾਨ ਹਾਂ ਕਿ ਤੂੰ ਉਸ ਦੇ ਬਾਰੇ ਸੁਣਿਆ ਨਹੀਂ, ਮਤਲਬ ਕਿਸੇ ਦੀ ਗੱਲ ਕਰ ਰਿਹਾ, ਕੋਈ ਲੜਕੀ ਹੋਏਗੀ, ਹੈ ਨਾ। ਅੱਗੇ ਸ਼ੀ ਇਜ਼ ਡੈਸ਼, ਦੇਖੋ ਕੁਆਇਟ ਤਾਂ ਆਏਗੀ ਹੀ ਆਏਗਾ, ਸ਼ੀ ਇਜ਼ ਕੁਆਇਟ। ਹੁਣ ਮਤਲਬ ਇਹ ਕਹਿ ਰਿਹਾ ਕਿ ਤੂੰ ਉਸ ਦੇ ਬਾਰੇ ਸੁਣਿਆ ਨਹੀਂ, ਉਹ ਬਹੁਤ ਜ਼ਿਆਦਾ ਕੀ ਹੈ, ਫੇਮਸ, ਮਤਲਬ ਕਿ ਫੇਮਸ ਹੈ, ਕੁਆਇਟ ਫੇਮਸ। ਇਹ ਆਪਣਾ ਪਹਿਲਾਂ ਤੋਂ ਬਣਾ ਕੇ ਵੀ ਦਿੱਤਾ ਇਹਨਾਂ ਨੇ, ਇੱਥੇ ਇਹ ਆ ਜਾਏਗਾ। ਬਟ ਅਗਲਾ ਹੁਣ ਦੇਖੋ ਆਪਾਂ ਜਿਹੜਾ ਆਪਾਂ ਬਣਾਵਾਂਗੇ ਸੈਕਿੰਡ, I am ਡੈਸ਼। ਦੇਖੋ ਕੁਆਇਟ ਤਾਂ ਆਏਗਾ ਹੀ ਆਏਗਾ, ਕੁਆਇਟ ਤਾਂ ਆਪਾਂ ਲਗਾ ਦੇਵਾਂਗੇ। I am ਡੈਸ਼ ਕੁਆਇਟ। ਹੁਣ ਦੇਖੋ ਇੱਥੇ ਆਪਾਂ ਨੂੰ ਕੁਝ ਨਹੀਂ ਪਤਾ, ਡੈਸ਼ ਕੁਆਇਟ ਮਤਲਬ ਕਿ ਕੁਆਇਟ ਤੋਂ ਬਾਅਦ ਆਪਾਂ ਕੀ ਲਗਾਵਾਂਗੇ ਇਹਨਾਂ ਚੋਂ। ਬਟ ਜਦੋਂ ਆਪਾਂ ਅਗਲਾ ਸੈਂਟੈਂਸ ਪੜਾਂਗੇ ਆਪਾਂ ਨੂੰ ਸਾਫ਼ ਪਤਾ ਚੱਲ ਜਾਏਗਾ। ਅਗਲੇ ਦੇ ਵਿੱਚ ਲਿਖਿਆ ਹੈ ਇਜ਼ ਦੇਅਰ ਐਨੀਥਿੰਗ ਟੂ ਈਟ, ਕਿ ਖਾਣ ਨੂੰ ਕੁਝ ਹੈਗਾ, ਮਤਲਬ ਕਿਸੇ ਤੋਂ ਮੰਗ ਰਿਹਾ ਹੈ ਕਿ ਖਾਣ ਨੂੰ ਕੁਝ ਹੈਗਾ। I am ਕੁਆਇਟ, ਹੁਣ ਦੇਖੋ ਖਾਣ ਪੀਣ ਦੇ ਨਾਲ ਸੰਬੰਧਿਤ ਉੱਪਰੋਂ ਦੇਖੋ, ਕਹਿੰਦਾ ਕਿ ਆਪਾਂ ਖਾਣ ਨੂੰ ਕਦੋਂ ਮੰਗਾਂਗੇ, ਜਦੋਂ ਆਪਾਂ ਭੁੱਖੇ ਹੋਵਾਂਗੇ। ਮਤਲਬ ਕਿ ਕਹਿਣ ਦੀ ਗੱਲ ਕਰ ਰਿਹਾ ਹੈ, ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ, ਆਈ ਐਮ ਕੁਆਇਟ ਹੰਗਰੀ, ਮੈਂ ਬਹੁਤ ਜ਼ਿਆਦਾ ਭੁੱਖਾ ਹਾਂ। ਹੰਗਰੀ ਫਿਰ ਹੀ ਦੇਖੋ ਡਿਮਾਂਡ ਕਰੇਗਾ ਕਿ ਕੁਝ ਖਾਣ ਨੂੰ ਹੈ। ਅਗਲਾ ਦੇਖੋ ਥਰਡ, ਹਾਊ ਆਰ ਦ ਪਿਕਚਰਸ ਯੂ ਟੁੱਕ, ਕਹਿੰਦਾ ਜਿਹੜੀਆਂ ਤੁਸੀਂ ਫੋਟੋਆਂ ਲੈਤੀਆਂ ਉਹ ਕਿੱਦਾਂ ਦੀਆਂ ਸੀਗੀਆਂ। ਅੱਗੇ ਕਹਿ ਰਿਹਾ ਹੈ, ਇੱਥੇ ਡੈਸ਼ ਆ ਗਿਆ, ਕੁਆਇਟ ਤਾਂ ਇੱਥੇ ਆਏਗਾ ਹੀ ਆਏਗਾ, ਕੁਆਇਟ, ਹੈ ਨਾ। ਉਰੇ ਦੇਖੋ ਕੁਆਇਟ, ਕਹਿੰਦਾ ਬੈਟਰ ਦੈਨ ਯੂਜੂਅਲ, ਕਹਿੰਦਾ ਹਾਂ ਜਿਵੇਂ ਅਕਸਰ ਹੁੰਦੀਆਂ ਸੀ ਉਹਨਾਂ ਦੇ ਨਾਲੋਂ ਥੋੜ੍ਹੀਆਂ ਬੈਟਰ ਨੇ, ਮਤਲਬ ਕਿ ਇੱਥੇ ਵਧੀਆ ਦੀ ਗੱਲ ਕਰ ਰਿਹਾ। ਪਿਕਚਰ ਵੀ ਹਾਂ ਪਿਕਚਰਸ ਵਧੀਆ ਨੇ, ਤਾਂ ਉੱਪਰੋਂ ਆਪਾਂ ਕੀ ਲੈ ਸਕਦੇ ਹਾਂ, ਦੇਖੋ ਹੁਣ ਆਪਾਂ ਇਹ ਥੋੜ੍ਹੀ ਕਹਾਂਗੇ ਜਿਹੜੀਆਂ ਪਿਕਚਰਸ ਨੇ ਉਹ ਕੁਆਇਟ ਲੇਟ ਨੇ, ਕੁਆਇਟ ਨੋਇਸੀ ਨੇ, ਕੁਆਇਟ ਆਫਨ ਨੇ, ਨਹੀਂ, ਕੁਆਇਟ ਗੁੱਡ। ਦੇਖੋ ਇੱਥੇ ਗੁੱਡ ਆਏਗਾ, ਬਿਲਕੁਲ ਸਿੰਪਲ ਨੇ, ਆਰਾਮ ਨਾਲ। ਦੇਖੋ ਜੇ ਤੁਹਾਨੂੰ ਪੰਜਾਬੀ ਬਣਾਉਣੀ ਆਉਂਦੀ ਹੈ ਤਾਂ ਸੈਂਸ ਦੇ ਮੁਤਾਬਕ ਉੱਪਰੋਂ ਤੁਸੀਂ ਆਰਾਮ ਨਾਲ ਲਿਆ ਸਕਦੇ ਹੋ। ਫੋਰਥ, ਆਈ ਹੋਪ ਕਿ ਤੁਹਾਨੂੰ ਸਮਝ ਆ ਰਹੀ ਹੈ। ਫੋਰਥ ਦੇਖੋ, ਆਈ ਗੋ ਟੂ ਦ ਸਿਨੇਮਾ, ਮੈਂ ਕਹਿੰਦਾ ਸਿਨੇਮਾ ਜਾਣਾ, ਕੁਆਇਟ ਕੁਆਇਟ ਡੈਸ਼, ਆਈ ਗੋ ਟੂ ਦ ਸਿਨੇਮਾ ਕੁਆਇਟ ਡੈਸ਼। ਅੱਗੇ ਕੀ ਲਿਖਿਆ ਦੇਖੋ, ਮੇਬੀ ਵੰਸ ਅ ਮੰਥ, ਸ਼ਾਇਦ ਮਹੀਨੇ ਦੇ ਵਿੱਚ ਇੱਕ ਵਾਰ। ਤਾਂ ਇਹਦਾ ਮਤਲਬ ਇੱਥੇ ਕਹਿਣ ਦੀ ਗੱਲ, ਮਤਲਬ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਮੈਂ ਅਕਸਰ ਸਿਨੇਮਾ ਜਾਣਾ, ਸ਼ਾਇਦ ਮਹੀਨੇ ਦੇ ਵਿੱਚ ਇੱਕ ਵਾਰ ਚਲਾ ਜਾਣਾ। ਮਤਲਬ ਕਿ ਮੈਂ ਅਕਸਰ ਕੀ ਹੁੰਦਾ, ਆਫਨ ਕੁਆਇਟ
ऑफन। आई गो टू द सिनेमा क्वाइट ऑफन, मैं अक्सर सिनेमा जाता रहना, मे बी वंस अ मंथ, शायद महीने दे विच एक बार। पंजवां, वी लिव ਨੀਅਰ ਅ ਵੈਰੀ ਬਿਜ਼ੀ ਰੋਡ, ਅਸੀਂ ਇੱਕ ਬਹੁਤ ਅਜਿਹੇ ਰੋਡ ਦੇ ਕੋਲ ਰਹਿਣਾ ਜਿਹੜਾ ਕਿ ਬਹੁਤ ਜ਼ਿਆਦਾ ਬਿਜ਼ੀ ਹੈ। ਬਿਜ਼ੀ ਕਦੋਂ ਹੁੰਦਾ? ਜਦੋਂ ਮਤਲਬ ਕਿ ਟ੍ਰੈਫਿਕ ਬਹੁਤ ਜ਼ਿਆਦਾ ਚੱਲ ਰਹੀ ਹੈ। ਸੋ ਇਟਸ ਆਫਨ, ਤਾਂ ਕਰਕੇ ਇਹ ਅਕਸਰ ਕੀ ਹੁੰਦਾ? ਇਟਸ ਆਫਨ ਕੁਆਇਟ, ਤਾਂ ਕਹਿੰਦੇ ਇਹ ਰੋਡ ਬਹੁਤ ਜ਼ਿਆਦਾ ਕੀ ਰਹਿੰਦਾ? ਜਿਹੜਾ ਰੋਡ ਹੁਣ ਬਿਜ਼ੀ ਹੋਏਗਾ, ਜਿਸ ਤੇ ਟ੍ਰੈਫਿਕ ਚੱਲੇਗੀ, ਇਹਦਾ ਮਤਲਬ ਉਸ ਰੋਡ ਤੇ ਕੀ ਹੋਏਗਾ? ਰੌਲਾ ਰੱਪਾ ਜ਼ਿਆਦਾ ਹੋਏਗਾ, ਮਤਲਬ ਕਿ ਨੋਇਸੀ ਹੋਏਗਾ, ਉਹ ਨੋਇਸੀ, ਤਾਂ ਕਰਕੇ ਇੱਥੇ ਆਏਗਾ ਨੋਇਸੀ। ਅਗਲਾ ਦੇਖੋ 6ਵਾਂ, I didn't expect Lara to contact me, ਕਹਿੰਦਾ ਮੈਂ ਕਦੇ ਐਕਸਪੈਕਟ ਨਹੀਂ ਕੀਤਾ ਸੀਗਾ ਕਿ ਲਾਰਾ ਮੈਨੂੰ ਕੰਟੈਕਟ ਕਰੇਗੀ। I was when she phoned, ਪਰ ਜਦੋਂ ਉਸਨੇ ਮੈਨੂੰ ਫੋਨ ਕੀਤਾ ਮੈਂ ਬਹੁਤ ਜ਼ਿਆਦਾ ਹੋਇਆ। ਕੀ ਹੋਇਆ? ਕੁਆਇਟ ਤਾਂ ਆਏਗਾ ਹੀ, ਕੁਆਇਟ। ਹੁਣ ਦੇਖੋ ਆਪਾਂ ਕਿਸੇ ਤੋਂ ਐਕਸਪੈਕਟ ਨਹੀਂ ਕਰ ਰਹੇ ਕਿ ਉਹ ਬੰਦਾ ਮੈਨੂੰ ਕਦੇ ਕੰਟੈਕਟ ਕਰੂਗਾ, ਬਟ ਜਦੋਂ ਉਸਨੇ ਕਹਿੰਦਾ ਮੈਨੂੰ ਕੰਟੈਕਟ ਕਰਿਆ ਤਾਂ ਮੈਂ ਬਹੁਤ ਜ਼ਿਆਦਾ ਕੀ ਹੋਇਆ? ਤਾਂ ਆਪਾਂ ਸਰਪ੍ਰਾਈਜ਼ ਹੋਵਾਂਗੇ। ਦੇਖੋ ਸਰਪ੍ਰਾਈਜ਼ ਆਏਗਾ, ਬਟ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਸਰਪ੍ਰਾਈਜ਼ ਤਾਂ ਆਏਗਾ ਬਟ ਇਹ ਟੈਂਸ ਦੇਖੋ ਆਪਣਾ ਪਾਸਟ ਦਾ, ਤਾਂ ਕਰਕੇ ਇੱਥੇ ਸਰਪ੍ਰਾਈਜ਼ਡ ਸੈਕੰਡ ਫਾਰਮ ਇੱਥੇ ਆਪਾਂ ਕਰਾਂਗੇ, ਠੀਕ ਹੈ, ਥਰਡ ਫਾਰਮ, ਸੌਰੀ ਇਹ ਪੈਸਿਵ ਹੋ ਗਿਆ। ਅਗਲਾ 7ਵਾਂ, I went to bed last night, I went to bed quite dash last night। ਅਗਲਾ ਦੇਖੋ, so I am a bit tired this morning, ਇਸ ਕਰਕੇ ਮੈਂ ਇਸ ਮਾਰਨਿੰਗ ਬਹੁਤ ਜ਼ਿਆਦਾ ਥੱਕਿਆ ਹੋਇਆ। ਹੁਣ ਆਪਾਂ ਸਵੇਰੇ ਥੱਕੇ ਹੋਏ ਕਦੋਂ ਹੁੰਦੇ ਆ? ਜੇਕਰ ਆਪਾਂ ਰਾਤ ਨੂੰ ਲੇਟ ਸੌਂਦੇ ਆ, ਤਾਂ ਕਰਕੇ I went to bed quite late ਲਾਸਟ ਨਾਈਟ ਮੈਂ ਬਹੁਤ ਲੇਟ ਮਤਲਬ ਸੌਣ ਗਿਆ, ਤਾਂ ਕਰਕੇ ਮੈਂ ਸਵੇਰੇ ਹੁਣ ਥੱਕਿਆ ਹੋਇਆ ਮਹਿਸੂਸ ਕਰ ਰਿਹਾ, ਤਾਂ ਕਰਕੇ ਇੱਥੇ ਆਪਾਂ ਲੇਟ। 8ਵਾਂ, I don't know exactly, ਕਹਿੰਦਾ ਮੈਨੂੰ ਐਗਜ਼ੈਕਟਲੀ ਨਹੀਂ ਪਤਾ when these houses were built, ਕਿ ਜਿਹੜੇ ਇਹ ਘਰ ਨੇ ਕਦੋਂ ਬਣਾਏ ਗਏ ਸੀਗੇ। but they are quite, ਬਟ ਇਹ ਬਹੁਤ ਜ਼ਿਆਦਾ ਕੀ ਨੇ? they are quite old, ਬਟ ਇਹ ਬਹੁਤ ਜ਼ਿਆਦਾ ਪੁਰਾਣੇ ਨੇ। ਸੋ ਇਹ ਸੀ ਆਪਣੀ ਐਕਸਰਸਾਈਜ਼ ਫਸਟ। ਬਿਲਕੁਲ ਆਸਾਨ ਹੈ, ਇਸ ਦੇ ਵਿੱਚ ਆਪਾਂ ਹਰ ਇੱਕ ਬਲੈਂਕ ਦੇ ਵਿੱਚ ਕੁਆਇਟ ਦਾ ਯੂਜ਼ ਕਰਨਾ ਹੀ ਕਰਨਾ ਹੈ। ਉਸ ਤੋਂ ਬਾਅਦ ਅਕੋਰਡਿੰਗ ਟੂ ਸੈਂਸ ਉੱਪਰੋਂ ਆਪਾਂ ਨੇ ਜਿਹੜੇ ਵਰਡਸ ਦਿੱਤੇ ਗਏ ਨੇ ਆਪਾਂ ਨੇ ਕੁਆਇਟ ਤੋਂ ਬਾਅਦ ਉਹਨਾਂ ਦਾ ਯੂਜ਼ ਕਰਨਾ ਹੈ। ਸੋ ਇਹ ਸੀ ਆਪਣੀ ਇਸ ਯੂਨਿਟ ਦੀ ਆਪਣੀ ਐਕਸਰਸਾਈਜ਼ ਫਸਟ। ਐਂਡ ਅੱਗੇ ਆਪਣੀ ਇਸ ਯੂਨਿਟ ਦੀ ਆਪਾਂ ਸੈਕੰਡ ਐਕਸਰਸਾਈਜ਼ ਹੈ ਜਿਹੜੀ ਉਹ ਕਰਾਂਗੇ। ਬਿਲਕੁਲ ਹੀ ਆਸਾਨ ਹੈ। ਸੈਕੰਡ ਐਕਸਰਸਾਈਜ਼ ਦੇ ਵਿੱਚ ਆਪਾਂ ਨੇ ਕੀ ਕਰਨਾ, ਦੇਖੋ, ਪੁੱਟ ਦ ਵਰਡਸ ਇਨ ਦ ਰਾਈਟ ਆਰਡਰ ਟੂ ਕੰਪਲੀਟ ਦ ਸੈਂਟੈਂਸ ਨੂੰ ਕੰਪਲੀਟ ਕਰਨ ਵਾਸਤੇ ਜਿਹੜੇ ਆਪਾਂ ਨੂੰ ਸ਼ਬਦ ਦਿੱਤੇ ਗਏ ਨੇ ਉਸ ਦੇ ਐਂਡ ਤੇ ਉਹਨਾਂ ਨੂੰ ਆਪਾਂ ਨੇ ਰਾਈਟ ਆਰਡਰ ਦੇ ਵਿੱਚ ਆਪਾਂ ਨੇ ਪੁੱਟ ਕਰਨਾ ਹੈ। ਮਤਲਬ ਕਿ ਦੇਖੋ ਉੱਪਰ ਇੱਕ ਸੈਂਟੈਂਸ ਇਹਨਾਂ ਨੇ ਕੰਪਲੀਟ ਦਿੱਤਾ ਹੈ, ਜਿਹੜਾ ਨਿਚਲੇ ਵਾਲਾ ਸੈਂਟੈਂਸ ਹੈ ਉਸ ਦੇ ਵਿੱਚ ਬਲੈਂਕ, ਉਸ ਨੂੰ ਆਪਾਂ ਨੇ ਕੰਪਲੀਟ ਕਰਨਾ ਹੈ। ਬਟ ਇਹਨਾਂ ਨੇ ਜਿਹੜੇ ਸ਼ਬਦ ਇੱਥੇ ਆਉਣਗੇ ਆਪਾਂ ਨੂੰ ਐਂਡ ਦੇ ਵਿੱਚ ਦਿੱਤੇ ਗਏ ਨੇ, ਬਟ ਉਹ ਉਲਟੇ ਫੁਲਟੇ ਕਰਕੇ ਦਿੱਤੇ ਗਏ ਨੇ। ਆਪਾਂ ਨੇ ਇਸ ਬਲੈਂਕ ਦੇ ਵਿੱਚ ਇਹਨਾਂ ਨੂੰ ਸਹੀ ਆਰਡਰ ਦੇ ਵਿੱਚ ਆਪਾਂ ਨੇ ਯੂਜ਼ ਕਰਨਾ ਹੈ। ਹੁਣ ਸਹੀ ਆਰਡਰ ਦੇ ਵਿੱਚ ਯੂਜ਼ ਕਿਸ ਤਰ੍ਹਾਂ ਕਰਨਾ ਹੈ? ਇਸ ਤੋਂ ਪਿੱਛੇ ਜਿਹੜੇ ਆਪਾਂ ਰੂਲਸ ਪੜ੍ਹੇ ਸੀਗੇ ਉਹਨਾਂ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀ ਕੁਆਇਟ ਅਤੇ ਪ੍ਰੈਟੀ ਨਾਲ, ਕਿਉਂਕਿ ਸਾਰਿਆਂ ਦੇ ਵਿੱਚ ਜਾਂ ਤਾਂ ਕੁਆਇਟ ਹੈ ਜਾਂ ਪ੍ਰੈਟੀ ਹੈ। ਹੁਣ ਉਹ ਰੂਲਸ ਕੀ ਨੇ? ਦੇਖੋ ਇਸ ਤਰ੍ਹਾਂ ਸਟਰਕਚਰ ਬਣੇਗਾ। ਕੁਆਇਟ ਦਾ ਮੈਂ ਤੁਹਾਨੂੰ ਦੱਸਿਆ ਸੀਗਾ, ਜੇਕਰ ਆਪਾਂ ਕਿਸੇ ਸੈਂਟੈਂਸ ਦੇ ਵਿੱਚ ਕੁਆਇਟ ਦਾ ਯੂਜ਼ ਕਰਦੇ ਹਾਂ ਤਾਂ ਜਿਹੜਾ ਕੁਆਇਟ ਹੈ ਅ ਤੇ ਐਨ ਤੋਂ ਪਹਿਲਾਂ ਆਏਗਾ। ਮਤਲਬ ਜੇਕਰ ਕੁਆਇਟ ਹੈ ਤਾਂ ਪਹਿਲਾਂ ਕੁਆਇਟ ਆਏਗਾ, ਫਿਰ ਅ ਜਾਂ ਐਨ ਆਰਟੀਕਲ ਆਏਗਾ, ਉਸ ਤੋਂ ਬਾਅਦ ਆਏਗਾ ਐਡਜੈਕਟਿਵ ਵੀ ਹੋ ਸਕਦਾ ਜਾਂ ਫਿਰ ਐਡਵਰਬ ਵੀ ਹੋ ਸਕਦਾ, ਜੋ ਕਿਸੇ ਨਾਉਨ ਜਾਂ ਪ੍ਰੋਨਾਉਨ ਦੀ ਵਿਸ਼ੇਸ਼ਤਾ ਦੱਸਦਾ ਐਡਜੈਕਟਿਵ, ਜੋ ਕਿਸੇ ਵਰਬ ਦੀ ਵਿਸ਼ੇਸ਼ਤਾ ਉਹ ਐਡਵਰਬ। ਉਸ ਤੋਂ ਬਾਅਦ ਆਏਗਾ ਨਾਉਨ, ਨਾਮ, ਕੋਈ ਵੀ ਨਾਮ ਹੋਏਗਾ ਜੋ ਆਪਾਂ ਨੂੰ ਪਤਾ ਚੱਲ ਜਾਏਗਾ ਸਾਰਾ ਕੁਝ। ਬਟ ਜੇਕਰ ਪ੍ਰੈਟੀ ਹੈ, ਜਿਹੜੇ ਆਪਾਂ ਨੂੰ ਸ਼ਬਦ ਦਿੱਤੇ ਨੇ ਉਹਨਾਂ ਦੇ ਵਿੱਚ ਪ੍ਰੈਟੀ ਹੈ, ਤਾਂ ਪ੍ਰੈਟੀ ਤੋਂ ਪਹਿਲਾਂ ਅ ਜਾਂ ਐਨ ਦਾ ਯੂਜ਼ ਹੁੰਦਾ ਹੈ। ਵੈਸੇ ਪ੍ਰੈਟੀ ਦੇ ਨਾਲ ਐਨ ਤਾਂ ਲੱਗਦਾ ਨਹੀਂ, ਅ ਹੀ ਲੱਗੇਗਾ, ਤਾਂ ਅ ਜਾਂ ਐਨ ਪਹਿਲਾਂ ਆਏਗਾ, ਫਿਰ ਆਪਾਂ ਪ੍ਰੈਟੀ ਦਾ ਯੂਜ਼ ਕਰਾਂਗੇ, ਉਸ ਤੋਂ ਬਾਅਦ ਸੇਮ ਐਡਜੈਕਟਿਵ, ਫਿਰ ਨਾਉਨ ਐਂਡ ਤੇ। ਬਿਲਕੁਲ ਆਸਾਨ ਹੈ, ਇਹ ਨੋਟ ਕਰ ਲਓ, ਆਰਾਮ ਨਾਲ ਬਣਾ ਦੂੰਗੇ। ਦੇਖੋ ਆਪਾਂ ਸਟਾਰਟ ਕਰਦੇ ਹਾਂ। ਫਸਟ ਦੇਖੋ, ਦ ਵੈਦਰ ਵਾਜ਼ ਬੈਟਰ ਦੈਨ ਵੀ ਹੈਡ ਐਕਸਪੈਕਟਡ, ਵੀ ਜਿਸ ਤਰ੍ਹਾਂ ਆਪਾਂ ਨੇ ਐਕਸਪੈਕਟ ਕੀਤਾ ਸੀਗਾ, ਆਪਾਂ ਨੂੰ ਉਮੀਦ ਸੀਗਾ ਜਿਹੜਾ ਵੈਦਰ ਹੈ ਉਸ ਤੋਂ ਜ਼ਿਆਦਾ ਵਧੀਆ ਸੀਗਾ, ਹੈ ਨਾ। ਇਟ ਵਾਜ਼, ਹੁਣ ਆਪਾਂ ਇੱਥੇ ਇਹ ਫਿਲ ਕਰਨੇ ਨੇ। ਇਟ ਵਾਜ਼ ਇੱਥੇ ਕੀ ਦਿੱਤਾ? ਅ ਨਾਈਸ ਕੁਆਇਟ ਡੇ। ਸਭ ਤੋਂ ਪਹਿਲਾਂ ਦੇਖੋ ਕੁਆਇਟ ਆ ਗਿਆ, ਇਹ ਤਾਂ ਕੁਆਇਟ ਆ ਗਿਆ, ਅ ਤੇ ਐਨ ਚੋਂ ਅ ਆ ਗਿਆ। ਉਸ ਤੋਂ ਬਾਅਦ ਰਹਿ ਗਿਆ ਨਾਈਸ ਅਤੇ ਡੇ। ਇਹਨਾਂ ਵਿੱਚੋਂ ਜੇਕਰ ਦੇਖੀਏ ਡੇ ਇਹ ਨਾਮ ਹੈ, ਇਹ ਨਾਉਨ ਆ ਗਿਆ, ਔਰ ਇਹ ਆ ਗਿਆ
एडजेक्टिव और है क्वाइट वाला तो क्वाइट के मुताबिक आप भर देंगे। सब तो पहला की है क्वाइट, इट वॉज क्वाइट, फिर अ या एन, इट वॉज क्वाइट अ, फिर एडजेक्टिव की है नाइस, अ नाइस डे। देखो इस तरह कंप्लीट होएगा, सारे ही इस तरह करने ने। अगला टॉम लाइक्स टू सिंग, टॉम है जो उसको गाना पसंद है। ही हैज अगे वॉइस क्वाइट गुड अ, एक क्वाइट आ गया सेम, अ ते एन चो अ आ गया। हुण जी वॉइस, वॉइस एक नाउन है और गुड, गुड होंदा वधिया, किसी चीज़ को वधिया कहना, मतलब कि जी वॉइस है इसकी विशेषता दस रहा गुड है ना, तो यह आ गया अपना एडजेक्टिव, एडजेक्टिव आ गया। देखो इसको आप बना देंगे ही हैज क्वाइट, क्योंकि क्वाइट है, ही हैज क्वाइट अ गुड वॉइस, कंप्लीट। इसी तरह अगला वीडियो को स्टॉप करके तुम खुद भी बनाने की कोशिश कर सकते हो, बाद में देख सकते हो। थर्ड, द बस स्टॉप वॉज नॉट वेरी नीयर द होटल, जोड़ा बस स्टॉप है वह होटल के ज़्यादा करीब नहीं सीगा। वी हैड टू वॉक, सानू चलना पिया, की चलना पिया, क्वाइट वे अ लॉन्ग, क्वाइट आ गया, अ ते एंड चो ए आ गया। उस तो बाद वे अते लॉन्ग, जोड़ा वे है ये नाउन है, लॉन्ग होंदा लंबा, मतलब कि रास्ते की विशेषता दस रहा, रास्ता की सी लंबा सी, ये एडजेक्टिव आ गया बिल्कुल। तो सब तो पहला वी हैड टू वॉक क्वाइट अ, फिर एडजेक्टिव लॉन्ग, फिर नाउन वे, ये आ गया राइट ऑर्डर। अगला इट्स नॉट सो वार्म टुडे, अज कहता ज्यादा गर्मी नहीं हैगी। देयर इज अ विंड कोल्ड प्रेटी, इत्थे ए प्रेटी आ गया, ठीक है। उस तो बाद अ ते एन चो आ गया। विंड, विंड होंदी है हवा, ये नाउन है, और कोल्ड ये एडजेक्टिव है। हवा किस तरह की है, कोल्ड है, ठंडी, मतलब कि इस दी विशेषता दस रहा एडजेक्टिव। बट ये प्रेटी वाला, प्रेटी वाले सब तो पहला अ ते एन आता है, तो आएगा देयर इज अ, फिर आएगा प्रेटी, देयर इज अ प्रेटी, फिर आएगा कोल्ड, प्रेटी कोल्ड विंड, इस तरह आएगा। पंजवा, द जर्नी टुक लॉन्गर देन आई एक्सपैक्टेड, भी जिन्ना असी ने एक्सपैक्ट किया सीगा, जिहड़ी जर्नी है साडा सफर है, उसने उस तो लंबा समय जिहड़ा वो लै लिया। देयर वॉज लॉट ट्रैफिक अ ऑफ क्वाइट, मतलब कि बहुत ज़्यादा ट्रैफिक सी, पहली गल तो क्वाइट वाला है। दूसरा जेकर तुसी गौर करो तो इस दे विच अ लॉट ऑफ, देखो अ लॉट ऑफ वाला कंसैप्ट है, तो आप उस तरह बनावांगे। इत्थे हैगा क्वाइट अ लॉट ऑफ ट्रैफिक, बिल्कुल सिंपल है। अगला छेवां, आई एम टायर्ड, कहना मैं थक्या होया। आई हैव हैड, उस तो बाद प्रेटी डे अ बिजी, मतलब कि बहुत ज़्यादा बिजी रहा है ना, प्रेटी आ गया, अ आ गया, डे है नाउन आ गया, बिजी ये एडजेक्टिव आ गया। तां करके इत्थे आएगा आई हैव हैड, प्रेटी है तां करके अ ते एन पहला, आई हैव हैड अ प्रेटी बिजी डे, ये अपना आंसर आ गया। सो देखो इस तरह तुसी राइट ऑर्डर है जिहड़ा वो बना देना, बिल्कुल आसान है। आपने पहला किया क्वाइट और प्रेटी वाला, तुसी ने ये स्ट्रक्चर जिहड़ा याद रखना है, इस दे मुताबिक तुसी बना सकते हो। सो ये सी अपनी इस एक्सरसाइज का, इस यूनिट का अपनी जिहड़ी एक्सरसाइज है वो सैकेंड। एंड अगे अपनी इस यूनिट का हुण आपां थर्ड और फोर्थ पार्ट है जिहड़ा वो आपां करांगे। वैसे जिहड़ा ये अपना थर्ड और फोर्थ पार्ट है, ये बहुता ज़्यादा इंपॉर्टेंट भी नहीं है और इन्ना ज़्यादा मतलब कि ये भी नहीं कि आप इसनूं छड्ड ही रहीए, फिर भी आप करांगे। बट इस तरह के जिहड़े सेंटेंसिस ने अक्सर एग्जाम्स दे विच घट्टे आउंदे ने, घट वधी आउंदे ने, की कहना इक्का दुक्का कोई आ गया होवे कदे किसी साल, बट इस तरह के सेंटेंस थोड़े घट आउंदे ने। बट फिर भी आप करांगे, चंगी गल है, एक बार सीखना जरूर चाहिए। देखो थर्ड दे विच आपां ने की करना है, इस दे विच आपां ने की करना है, हालांकि पहलां तो मैं फिल कर दिते ने क्योंकि बिल्कुल ये आसान जिही है, एक बार आप समझा दिंदे आ तुहानूं। इस दे विच की करना है, यूज योर ऑन आइडियाज़ टू कंप्लीट दीज सेंटेंसिस। ਜਿਹੜੇ ਇਹ सेंटेंस ने कहते इन्हों कंप्लीट करने के लिए तुसी अपने खुद के ही आइडियाज़ वरतो, मतलब कि जो ब्लैंक्स दिते ने तुसी खुद अपने दिमाग वालों सोचो सेंटेंस की सेंस के मुताबिक कि उत्थे की आएगा। बट एक शर्त इन्होंने जरूर रखी है कि तुसी ने यूज़ की करना है, यूज़ रैदर प्लस एडजेक्टिव, तुसी ने रैदर का यूज़ जरूर करना है ब्लैंक दे विच, उस तो बाद प्लस जिहड़ा तुसी ने एडजेक्टिव यूज़ करना है वो तुसी अपने
खुद अपने दिमाग के मुताबिक तुसीं यूज़ करो सेंटेंस की सेंस के मुताबिक। एडजैक्टिव जिहड़ा किसी नाम की विशेषता दसदा है। सो आपां ने इस तरह एडजैक्टिव यूज़ करने ने, एक तो ज़्यादा ऑप्शन ने जिहड़े इत्थे मतलब पॉसीबल हो सकते हैं। देखो किस तरह, समझो, बिल्कुल आसान है। पहला देखो, द वैदर इज़ नॉट सो गुड, कहते जिहड़ा मौसम है वो ज़्यादा वधिया नहीं हैगा। तो अगे आपां नूं इन्हां ने की दिता है, इट इज़, इदों बाद ब्लैंक है। तो रैदर का यूज़ तो आपां ने करना ही करना है, इट इज़ रैदर। रैदर का मतलब की हुंदा है कि बल्कि कि मौसम है जिहड़ा वो बहुता वधिया नहीं हैगा। हुण जदों देखो मौसम बहुता वधिया नहीं हैगा तो उसका मतलब कि मौसम की है, या तो क्लाउडी बदलबाई वाला, या फिर बैड कह सकते हैं आप। इसका उल्ट कि गुड नहीं हैगा तो यदा मतलब जिहड़ा मौसम है वो बैड है। तो इस करके आप इत्थे इट्स रैदर क्लाउडी या फिर इट्स रैदर बैड आप इस तरह लिख सकते हैं। अगला देखो सैकेंड, आई इंजॉयड द फिल्म, कहना मैं फिल्म है जी वो इंजॉय की, वधिया, मैनू वधिया लगी। बट परंतु इत्थे जिहड़ा बट आ गया, बट परंतु इट वॉज डैश, रैदर तो आई गया, इट वॉज रैदर। हुण आपां ये देखांगे कि कह रहा कि फिल्म तो वधिया लगी बट इट वॉज, तो फिर फिल्म दे विच नुक्स आपां की कढीए। आपां फिल्म नूं बुरा भी नहीं कह सकते। तो देखो उत्थे आपां कह सकते हैं इट वॉज रैदर लॉन्ग, बट यह बहुत ज़्यादा लंबी सी फिल्म, इंजॉय की बट बहुत ज़्यादा लंबी सी। या फिर इट वॉज रैदर शॉर्ट, या फिर बहुत ज़्यादा शॉर्ट सी। दोवां दे विचों कोई भी एक ऑप्शन तुसीं इत्थे चूज कर सकते हो। जेकर तुहानूं लगदा है तुहाडा दिमाग कोई होर ऑप्शन भी इत्थे कोई शब्द आ सकता है, एडजैक्टिव कोई होर आ सकता है, मतलब कि तो तुसीं वो भी इत्थे लगा सकते हो, बट शूट करता होवे। इस तरह नहीं कि तुसीं कुछ भी चक के लिखते हो। थर्ड, द होटल वी स्टेड एट, वो होटल जिस दे विच असीं ठहरे सीगे वॉज नॉट वैरी गुड, वो होटल बहुत वधिया नहीं सी। उस तो बाद की कह रहे, आई वॉज डैश। हुण तुसीं खुद सोचो, मान लो तुसीं खुद कह रहे हो तुसीं किसी होटल दे विच रुके, वो होटल तुहानूं वधिया नहीं लग्या, तो तुसीं किस तरह का फील करोगे? तो उस तरह का फील इसने किया होगा। तो यह की कहना आई वॉज रैदर अपसैट, भी मैं अपसैट सीगा, या फिर आई वॉज रैदर डिसअपॉइंटेड, या फिर मैं डिसअपॉइंटेड सीगा, या फिर कह सकते हो आई वॉज रैदर सैड, मैं सैड सीगा क्योंकि होटल वधिया नहीं सी। मतलब बहुत सारे ऑप्शन आ सकते हैं। चौथा, आई थिंक इट इज़, इत्थे हुण डैश आ गया बट अगे की कह रहा है, इट इज़ दैट क्रिस वेंट अवे विदाउट टेलिंग एनीबडी। हुण ये कह रहा है कि मैनू लगता है ये बहुत ज़्यादा की है, इत्थे वो आएगा, ये बहुत ज़्यादा मतलब जो चीज़ आप कहांगे वो है कि क्रिस है जिहड़ा किसी नूं दस्से बिना बाहर चला गया। तो यदा मतलब इत्थे आया आई थिंक इट इज़ रैदर स्ट्रेंज, कि स्ट्रेंज गल है कि क्रिस किसी नूं बिना दस्से बाहर चला गया, या फिर सरप्राइज्ड, हैरानी वाली गल है कि क्रिस किसी नूं बिना दस्से बाहर चला गया। तो कोई भी आ सकता है। पंजवां, लूसी डजंट लाइक हैविंग टू वेट, जिहड़ी लूसी है वो मतलब किसी का इंतजार करना उसनूं पसंद नहीं हैगा। डजंट लाइक टू हैविंग वेट मतलब उसनूं किसी का इंतजार करना उसनूं पसंद नहीं हैगा। समटाइम्स, तो इस करके कई बार समटाइम्स शी इज़ रैदर, तो जो किसी को किसी का वेट करना पसंद ना होवे, तो कई बार जो किसी को वेट करना पै जाए उसनूं किसी का, तो की हो जाता है समटाइम्स शी इज़ रैदर इंपेशेंट, कई बार वो इंपेशेंट हो जाती है, हाँ भी उन्होंने बर्दाश्त नहीं करती। या फिर रैदर एनॉयड, एनॉयड अक जाती है। या फिर रैदर एगर, एगर होंदा उत्सुक होना, या फिर बहुत ज़्यादा उत्सुक हो जाती है, कुछ भी लिख सकते हो। एंग्री, या फिर रैदर एंग्री गुस्से दे विच हो जाती है। तो इत्थे सारियां चीज़ां पॉसीबल ने। सो ये सी अपना इस यूनिट का पार्ट अपना थर्ड। हुण देखो फोर्थ दे विच आ जाओ। फोर्थ वाला भी एग्जाम्स दे विच इस तरह के सेंटेंस थोड़े जिहे घट आउंदे ने, बट फिर भी इंटरस्टिंग है, आप एक बार जरूर समझांगे। इस दे विच आपां ने की करना है, वट डज क्वाइट मीनस, क्वाइट का की मतलब है इन दीज सेंटेंसिस। ये जिहड़े सेंटेंसिस ने सारिਆਂ ਦੇ ਵਿੱਚ क्वाइट का यूज़ किया गया। ਆਪਾਂ ने दसना है कि हर एक कल्ले कल्ले सेंटेंस ਦੇ ਵਿੱਚ क्वाइट का जिहड़ा मतलब है उत्थे क्वाइट का मतलब की है। टिक, यस, इस तरह टिक लगाउणा है, द राइट मीनिंग। हुण आपां ने मतलब की दसना है, जिहड़ा क्वाइट है इन्हां सारे सेंटेंसिस ਦੇ ਵਿੱਚ क्वाइट ਦੇ दो मीनिंग हो सकते हैं। एक तो आपां ने पहलां कीता है, मैं तुहानूं दस्सिआ, वो किहड़ा हुंदा है, मोर दैन अ लिटल, थोड़े तो ज़्यादा, लैस दैन वैरी, बहुत ज़्यादा तो घट। एक तो क्वाइट का मीनिंग ये हुंदा है, और दूसरा क्वाइट का मीनिंग हुंदा है कंप्लीटली, मतलब कि पूरी तरह। हुण देखो
कई बार आपां कोई इहो जी गल कहने आ जिस दा मतलब ਜਾਂ ਤਾਂ ਕੰਪਲੀਟਲੀ ਹੋਏਗਾ ਜਾਂ ਫਿਰ नहीं होएगा, है ना। भी मतलब ਜਾਂ ਤਾਂ ਉਹ ਗੱਲ पूरी तरह होवेगी ਜਾਂ फिर बिल्कुल ही नहीं होवेगी। मतलब कि उस दा मतलब इस तरह नहीं निकलेगा कि बहुते तो घट थोड़े तो ज़्यादा, इस तरह मतलब नहीं निकलेगा। बट कई बार कई गल्लां इहो जिहियां हुंदियां ने, इहो ਜਿਹੇ ਹੁੰਦੇ ਨੇ मतलब ਉਹਦੇ ਵਿੱਚ ਜਿਹੜਾ मीनिंग है ਉਹ ਇਹ ਨਿਕਲ ਕੇ ਆਉਂਦਾ ਕਿ ਬਹੁਤੇ ਤੋਂ ਘੱਟ ਥੋੜੇ ਤੋਂ ਜ਼ਿਆਦਾ। ਉਹ ਆਪਾਂ ਨੂੰ ਸੈਂਟੈਂਸ ਦੀ ਸੈਂਸ ਹੈ ਜਿਹੜੀ ਉਹ ਦੱਸੇਗੀ। जेकर आपां नूं किसी सेंटेंस दे विच क्वाइट दा मीनिंग आपां नूं लगदा है कि इस दा मीनिंग ये हो सकता है कि बहुते तो घट थोड़े तो ज़्यादा, फिर आपां इत्थे टिक लावांगे। जेकर आपां नूं ये लगदा है कि इस सेंटेंस दे विच क्वाइट दा मीनिंग कंप्लीटली है, मतलब कि इत्थे ये गुंजाइश नहीं हैगी कि आपां ये कह दांगे कि बहुते तो घट है थोड़े तो ज़्यादा है। आपां नूं खुद पता चल जाएगा भी मतलब कंप्लीटली जिहड़ी सेंस आ रही है पूरी तरह, तो आपां इत्थे टिक लगावांगे। वो किस तरह देखो, पढ़ो पहला तो अपने आप पता चल जाएगा। देखो फस्ट देखो, इट इज़ क्वाइट कोल्ड, कहने बहुत ज़्यादा ठंड हैगी। यू हैड बैटर वियर योर कोट, तुहानूं तुहाडा कोट पा लेना चाहिए। हुण आपां नूं कोई कह रहा है कि बहुत ठंड है कोट पा लो। हुण इत्थे इस दा मतलब देखो बिल्कुल ये हो सकता है कि जिहड़ी ठंड है वो बहुत ज़्यादा तो घट हो सकती है और बहुत घट तो ज़्यादा हो सकती है, मतलब कि पॉसीबल है। इत्थे कंप्लीटली वाला सेंस नहीं है, आप ये नहीं कह सकते कि ठंड कंप्लीटली है, ठंड पूरी तरह है ना। इत्थे ये सेंस कंप्लीटली सेंस नहीं आ रही, इत्थे सेंस ये आ रही है कि या तो ठंड बहुत ज़्यादा होएगी, है ना, मतलब बहुत ज़्यादा तो घट हो सकती है या बहुत घट तो ज़्यादा, मतलब ये सेंस आ सकती है। कंप्लीटली वाली सेंस इत्थे नहीं आउंदी, तां करके आपां इत्थे ये पहले वाले ते टिक लगवावांगे पहले दा। हुण सैकंड दे विच की कह रहा, कहना आर यू श्योर, आपां किसी नूं कोई गल दसी और मूरला फिर आपां नूं कह रहा है कि तुसीं श्योर हो, है ना, तुहानूं यकीन है पूरा, तो आपां की कह रहे हैं यस क्वाइट श्योर, हाँ मैं श्योर हाँ। हुण देखो जदों आपां किसी नूं इह गल दा यकीन दिवाउने आ कि ये काम जरूर है, भी मतलब आपां ने कोई सीन देखिया, आपां कहना भी हाँ मैनूं पूरा यकीन है यही गल है। हुण जां तां उत्थे बिल्कुल देखो श्योर होवांगे आपां। श्योरिटी की हुंदी है जदों आपां किसी नूं श्योरिटी दिंदे आ, जां तां आपां कंप्लीट हुंदे आ भी कंप्लीटली मैं श्योर हाँ, जां फिर आपां बिल्कुल श्योर नहीं हुंदे। इत्थे हुण आपां ये थोड़ी कहांगे कि मैं श्योर हाँ, मैं बहुते तो घट श्योर हाँ और बहुते घट तो मैं ज़्यादा श्योर हाँ, है ना। तो ये तो बिल्कुल नहीं हो सकता, तां करके इत्थे आ चीज़ तो बिल्कुल नहीं हो सकती। तो इत्थे क्वाइट का जिहड़ा मतलब है वो है कंप्लीटली। तो सैकंड का जिहड़ा आपां उधर लावांगे टिक कंप्लीटली ते। आई होप के पहले दो सेंटेंस दे विच ही तुहानूं समझ आ गई होवेगी कुछ परसेंट। बाकी देखो अगे करदे आ थर्ड दे विच एनाज इंग्लिश इज़ क्वाइट गुड, जिहड़ी एना दी इंग्लिश है वो बहुत वधिया है। जेकर हुण आपां इत्थे देखीए इत्थे ये चीज़ पॉसीबल हुंदी है क्योंकि जिहड़ी इंग्लिश एक लैंगुएज है, बहुत सारे हुंदे ने जिहड़े मतलब परसनस उन्हां दी इंग्लिश बहुत वधिया हुंदी है, बहुत सारे हुंदे ने जिन्हां दी इंग्लिश बहुत घट वधिया हुंदी है, घटिया हुंदी है, और बहुत हुंदे ने जिन्हां दी मीडियम जी हुंदी है, मतलब कि बहुते तो घट थोड़े तो ज़्यादा। तो इसलिए इत्थे सेंस है जिहड़ी ये भी क्वाइट सॉरी अपनी क्वाइट गुड भी उसकी इंग्लिश है जिहड़ी क्वाइट गुड है। तो इत्थे ये चीज़ आ सकती है भी बहुते तो घट है और घट तो थोड़ी ज़्यादा है। आपां ये थोड़ी कहांगे कि उसकी इंग्लिश क्वाइट गुड, उसकी इंग्लिश कंप्लीटली गुड है, कंप्लीटली गुड थोड़ी ना होएगी, है ना। अगला देखो फोर्थ, आई कुडंट बिलीव इट, मतलब मैं इस पर विश्वास नहीं कर सकिया। इट वॉज क्वाइट इनक्रैडिबल, इनक्रैडिबल होंदा जिस ते विश्वास ना किया जा सके, है ना। हुण देखो ये की कह रहा है, कहना आई कुडंट बिलीव इट, मतलब उसने उस पर विश्वास नहीं किया क्योंकि वो कह रहा है इट वॉज क्वाइट इनक्रैडिबल, क्योंकि यह कंप्लीटली की सीगा जिस ते विश्वास ना किया जा सके। हुण आपां किसी ते विश्वास नहीं करते तो आपां ये थोड़ी कहांगे कि मैं बहुते तो मतलब थोड़ा जा घट ना मतलब इनक्रैडिबल है चीज़ और बहुते घट तो थोड़ी जी ज़्यादा है, मतलब कि आप इस पर विश्वास है जोड़ा बहुता विश्वास नहीं कर सकते, बहुते तो घट विश्वास करांगे और घट तो ज़्यादा करांगे, ये चीज़ तो हो नहीं सकती। आप या तो किसी पर बिलीव करांगे या फिर बिलीव नहीं करांगे, तां करके इत्थे कंप्लीटली सेंस अपना सेंस आ रही है। इट वॉज क्वाइट इनक्रैडिबल भी कंप्लीटली ये विश्वासयोग नहीं है। चौथा, तो चौथे ते आपां इत्थे टिक्का जिहड़ी ओह लगावांगे। पंजवां, माई बैडरूम इज़ क्वाइट बिग, देखो इत्थे आ सकती है क्वाइट बिग भी मतलब मेरा जिहड़ा रूम है वो क्वाइट बिग है, बहुत बड़ा है, मतलब कि हो सकता है वैरी तो घट होवे और लिटल तो ज़्यादा होवे, तां करके पंजवें दे आपां इत्थे टिक लगा सकते हैं, इत्थे कंप्लीटली दी गल नहीं हैगी। छेवां, आई एम क्वाइट टायर्ड आई थिंक, अगे देखो कहना आई एम क्वाइट टायर्ड, मैं बहुत ज़्यादा थक गया,
ਹੁਣ ਅੱਗੇ ਕੀ ਕਹ ਰਿਹਾ, आई थिंक आई विल गो टू बैड, मैनू लगता है मैनू जाके सो जाना चाहिए। ਹੁਣ मतलब कि वो सौण की गल कर रहा, हो सकता है वो थक गया, हो सकता है वो इन्ना क थक्या हो कि बहुते ज़्यादा ना थक्या हो, बहुते तो थोड़ा घट हो, थोड़े तो ज़्यादा हो, तां करके इत्थे भी आपां इस जगह ते टिक लगावांगे। 7वां, आई एम क्वाइट एग्री विद यू, मैं तुहाडे नाल पूरी तरह सहमत हाँ। हुण देखो किसी नाल जदों आपां सहमत होवांगे, एग्री होवांगे, जां तां होवांगे या नहीं होवांगे, आपां ये थोड़ी कहांगे भी मैं तेरे नाल एग्री हाँ, बहुते तो घट एग्री हाँ, थोड़े तो ज़्यादा एग्री हाँ, तो बिल्कुल नहीं हो सकता। तो उत्थे कंप्लीटली होएगा जो चीज़ भी होएगी, तां करके इत्थे आपां कंप्लीटली ते टिक है जिहड़ा वो लगावांगे। आई होप कि तीसरा ਅਤੇ ਜਿਹੜੀ ਚੌਥਾ, तीसरी ਤੇ चौथी ਜਿਹੜੀ ਆਪਣੀ ਐਕਸਰਸਾਈਜ਼ ਹੈ ਤੁਹਾਡੇ ਪੂਰੀ ਤਰ੍ਹਾਂ ਸਮਝ ਆ ਗਈ। ਇਸ ਦੇ ਵਿੱਚ ਆਪਣੇ ਆਈਡੀਆਜ਼ ਯੂਜ਼ ਕਰਨੇ ਨੇ ਔਰ ਇਸ ਦੇ ਵਿੱਚ ਆਪਾਂ ਨੇ ਕੁਆਇਟ ਦੀ ਸੈਂਸ ਦੇਖਣੀ ਹੈ, ਕਿਹੜੇ ਸੈਂਟੈਂਸ ਦੇ ਵਿੱਚ ਕੀ ਆ ਰਹੀ ਹੈ। ਆਪਾਂ ਪੜ੍ਹੇ, ਆਈ ਹੋਪ ਕਿ ਤੁਹਾਨੂੰ ਪਤਾ ਚੱਲ ਗਿਆ ਕਿਸ ਤਰ੍ਹਾਂ ਕਰਨੇ ਨੇ। ਸੋ ਇਹ ਸੀ ਆਪਣੀ ਇਸ ਯੂਨਿਟ ਦੇ ਆਪਣਾ ਜਿਹੜਾ ਪਾਰਟ ਹੈ 3rd ਐਂਡ 4th। ਐਂਡ ਹੁਣ ਆਪਣੀ ਇਸ ਯੂਨਿਟ ਦਾ ਲਾਸਟ ਪਾਰਟ ਹੈ ਜਿਹੜਾ ਉਹ ਆਪਾਂ ਕਰਾਂਗੇ। ਦੇਖੋ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ, ਬਿਲਕੁਲ ਇਹ ਵੀ ਸਿੰਪਲ ਹੈ, ਆਪਾਂ ਫਸਟ ਵਾਲਾ ਵੀ ਇਸੇ ਤਰ੍ਹਾਂ ਦਾ ਕੀਤਾ ਸੀਗਾ, ਸੇਮ ਉਸੇ ਤਰ੍ਹਾਂ ਦਾ ਹੈ। ਇਸ ਦੇ ਵਿੱਚ ਕੀ ਕਰਨਾ ਹੈ, ਕੰਪਲੀਟ ਦੀ ਸੈਂਟੈਂਸਸ ਯੂਜ਼ਿੰਗ ਕੁਆਇਟ ਪਲੱਸ ਦਾ ਫੋਲੋਇੰਗਸ। ਸੇਮ ਉਸੇ ਤਰ੍ਹਾਂ ਆਪਾਂ ਨੇ ਬਲੈਂਕਸ ਦੇ ਵਿੱਚ ਕੁਆਇਟ ਦਾ ਯੂਜ਼ ਤਾਂ ਕਰਨੀ ਕਰਨਾ ਹੈ, ਕੁਆਇਟ ਤੋਂ ਬਾਅਦ ਆਪਾਂ ਇਹਨਾਂ ਦਾ ਯੂਜ਼ ਕਰਨਾ ਉਸ ਦੇ ਨਾਲ ਅਕੋਰਡਿੰਗ ਟੂ ਸੈਂਸ, ਸੈਂਟੈਂਸ ਦੀ ਸੈਂਸ ਦੇ ਮੁਤਾਬਕ। ਫਸਟ ਦੇਖੋ ਇਹਨਾਂ ਨੇ ਆਪਾਂ ਨੂੰ ਬਣਾ ਕੇ ਵੀ ਦਿੱਤਾ, ਕਹਿੰਦਾ ਆਈ ਡਿਡੰਟ ਬਿਲੀਵ ਹਰ ਐਟ ਫਸਟ, ਪਹਿਲਾਂ ਤਾਂ ਕਹਿੰਦਾ ਮੈਂ ਉਸ 'ਤੇ ਵਿਸ਼ਵਾਸ ਨਹੀਂ ਕੀਤਾ, ਬਟ ਇਨ ਫੈਕਟ पर असल दे विच what she said was, पर असल दे विच जो कुछ भी उसने कहा सीगा said was quite, ਤਾਂ ਉਹ सब की सीगा, मतलब कि इन्हां दे विचों आपां हुण अंदाजा ला सकते हैं। इत्थे बिलीव करन दी, किसी ते विश्वास करन दी गल आ रही है और कहण दी गल आ रही है, कहण दी भी जो कुछ उसने कहा सीगा, मतलब कि वो सारा कुछ की सीगा ट्रू, इत्थे आपां ट्रू कहांगे, वो सारा कुछ की सीगा सच सीगा, quite ट्रू, वो सब कुछ सच सी। सैकेंड, यू वॉन्ट फॉल, कहना तुसी नहीं गिरोगे, द लैडर इज, जिहड़ी पौड़ी है वो की है, हुण आपां किसी नूं कह रहे हैं भी कोई ना टेंशन ना लै तू गिरेगा नहीं, जिहड़ी पौड़ी है वो की है, हुण आपां इत्थे कहांगे भी वो पौड़ी, आपां ये थोड़ी कहांगे भी तू नहीं गिरेगा, जिहड़ी पौड़ी है वो डिफरेंट है, ये तो गल नहीं बनी, जिहड़ी पौड़ी है इंपॉसिबल है, जिहड़ी पौड़ी है अननैसेसरी है, नहीं जिहड़ी पौड़ी है वो सेफ है, तां ही वो नहीं गिरेगा, तां करके द लैडर इज क्वाइट सेफ, तो इत्थे आपां सेफ करांगे। आई होप कि तुहानूं अंदाजा लग रहा है, अगले तुसीं खुद वीडियो नूं पॉज करके बना के देख सकते हो। थर्ड, आई एम अफ्रेड आई कांट डू वट यू आस्क, कहना जो कुछ भी तुसी ने कहा, वट यू आस्क तुसी ने पूछया, मैं वो नहीं कर सकता, ठीक है, जो कुछ तुसी ने कहा मैं वो नहीं कर सकता। इट इज़, तो इट इज़ की है, हुण आपां किसी ने, आपां नूं किसी ने कोई काम कहा भी तू आ काम कर, तो आप उसनूं कह रहे हाँ कि सॉरी जो कुछ तुसीं मैनूं कह रहे हो ये काम मैं नहीं कर सकता, मतलब कि इट इज़ क्वाइट, हुण की आ सकता इत्थे, इट इज़ क्वाइट श्योर, तो आप कह नहीं सकते कि मैं काम नहीं कर सकता, इट इज़ क्वाइट श्योर, या इट इज़ क्वाइट आप कहांगे इट इज़ क्वाइट डिफरेंट, नहीं इट इज़ क्वाइट इंपॉसिबल, इट इज़ क्वाइट इंपॉसिबल, मतलब कि जो तुसीं ने काम कहा मैं वो नहीं कर सकता, वो इंपॉसिबल नहीं हैगा। बट एक चीज़ होर इत्थे अननैसेसरी भी आ सकता है, भी जो कुछ तुसी ने काम कहा मैं वो नहीं कर सकता, इट इज़ क्वाइट अननैसेसरी, ये काम अननैसेसरी है। बट जेकर आप इत्थे अननैसेसरी लगा देवांगे तो सत ही ये ने शब्द, सत ही सेंटेंस ने, तो जिथे फिर अननैसेसरी आना सी तो उत्थे इंपॉसिबल फिट नहीं बैठेगा, इस करके इंपॉसिबल इत्थे ही आएगा। अगला, आई कुडंट एग्री विद यू मोर, मैं तुहाडे नाल ज़्यादा एग्री नहीं होया, यू आर मतलब यू आर क्वाइट, तुसी की हो, मैं तुहाडे नाल ज़्यादा एग्री नहीं हो सकिया, यू आर राइट, तुसी बिल्कुल सही हो, यू आर राइट। पंजवां, यू कांट कंपेयर द टू थिंग्स, तुसी दो चीज़ों नूं आपस दे विच कंपेयर नहीं कर सकते। इट वॉज की है, इट वॉज क्वाइट डिफरेंट, इट वॉज क्वाइट डिफरेंट, ये आप जल्दी कर रहे हाँ, क्योंकि वैसे तुहानूं एक गल होर भी मैं पहलां भी दसदा रहा कि जिहड़े इस तरह के हुंदे ने
ਉੱਪਰੋਂ ਮਤਲਬ ਆਪਾਂ ਨੇ ਫਿੱਟ ਕਰਨੇ ਹੁੰਦੇ ਨੇ ਹਰ ਇੱਕ ਸੈਂਟੈਂਸ ਦੇ ਵਿੱਚ। ਐਗਜ਼ਾਮਸ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਐਕਸਰਸਾਈਜ਼ਸ ਨੇ ਬਹੁਤ ਘੱਟ ਆਉਂਦੀਆਂ ਨੇ। ਪਿਛਲਾ ਵੀ ਤੁਸੀਂ ਨੇ ਦੇਖਿਆ ਹੋਣਾ, ਜੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਿੰਗਲ ਸੈਂਟੈਂਸ ਵਾਲੇ, ਫਿਲ ਇਨ ਦ ਬਲੈਂਕਸ ਵਾਲੇ, ਉਹ ਵਾਲੇ ਜ਼ਿਆਦਾ ਆਉਂਦੇ ਨੇ, ਇਸ ਤਰ੍ਹਾਂ ਦੀਆਂ ਬਹੁਤ ਘੱਟ ਆਉਂਦੀਆਂ ਨੇ। ਇਹ ਤਾਂ ਸਿਰਫ ਤੁਹਾਡੇ ਇੱਕ ਜਿਹੜਾ ਦਿਮਾਗ ਹੈ ਉਸ ਨੂੰ ਪਰਖਣ ਦੀ ਇੱਕ ਵਿਧੀ ਹੈ। ਮਤਲਬ ਤੁਸੀਂ ਇਸ ਨੂੰ ਬਣਾਵੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਕਿਹੜਾ ਉੱਪਰੋਂ ਆਏਗਾ। ਆਪਣੇ ਦਿਮਾਗ ਨਾਲ ਸੋਚ ਕੇ ਦੇਖੋ। ਸ਼ੇਮਾ, ਯੂ ਨੀਡਨਟ ਹੈਵ ਡਨ ਦੈਟ, ਤੁਹਾਨੂੰ ਇਹ ਕੰਮ ਕਰਨ ਦੀ ਕਹਿੰਦਾ ਜ਼ਰੂਰਤ ਨਹੀਂ ਸੀ। ਇਟ ਵਾਜ਼ ਹੁਣ ਦੇਖੋ ਇੱਥੇ ਕੀ ਸੀ, ਇਟ ਵਾਜ਼ ਅਨਨੈਸੈਸਰੀ, ਇੱਥੇ ਆਏਗਾ ਅਨਨੈਸੈਸਰੀ। ਇਟ ਵਾਜ਼ ਕੁਆਇਟ ਅਨਨੈਸੈਸਰੀ, ਵੀ ਅਨਨੈਸੈਸਰੀ ਸੀ ਇਹ ਕੰਮ, ਬੇਕਾਰ ਸੀ, ਤੁਹਾਨੂੰ ਕਰਨ ਦੀ ਜ਼ਰੂਰਤ ਹੀ ਨਹੀਂ ਸੀ। ਆਈ ਥਿੰਕ ਆਈ ਸੌ ਦੈਮ ਗੋ ਆਊਟ, ਕਹਿੰਦਾ ਮੈਨੂੰ ਲੱਗਦਾ ਮੈਂ ਉਹਨਾਂ ਨੂੰ ਬਾਹਰ ਜਾਂਦੇ ਹੋਏ ਦੇਖਿਆ, ਕਿਸੇ ਦੀ ਗੱਲ ਕਰ ਰਿਹਾ। ਬਟ ਆਈ ਐਮ ਨੋਟ ਕੁਆਇਟ, ਕਹਿੰਦਾ ਮੈਂ ਦੇਖਿਆ ਤਾਂ ਹੈਗਾ ਬਾਹਰ ਜਾਂਦੇ ਹੋਏ, ਬਟ ਆਈ ਐਮ ਨੋਟ ਕੁਆਇਟ ਸ਼ੋਰ, ਪਰ ਮੈਂ ਜ਼ਿਆਦਾ ਸ਼ੋਰ ਨਹੀਂ ਹੈਗਾ। ਤਾਂ ਇਸ ਤਰ੍ਹਾਂ ਇੱਥੇ ਆਪਾਂ ਕੁਆਇਟ ਸ਼ੋਰ ਦਾ ਯੂਜ਼ ਕਰਾਂਗੇ। ਸੋ ਆਈ ਹੋਪ ਕਿ ਜਿਹੜੀ ਆਪਣੀ ਇਹ ਯੂਨਿਟ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਬਿਲਕੁਲ ਹੀ ਸਿੰਪਲ ਹੈ। ਤੁਸੀਂ ਇਸ ਦੇ ਵਿੱਚ ਆਪਾਂ ਨੇ 5 ਜਿਹੜੀਆਂ ਐਕਸਰਸਾਈਜ਼ਸ ਨੇ ਕੀਤੀਆਂ ਨੇ, ਇਸ ਦੇ ਵਿੱਚ ਤੁਸੀਂ ਨੇ ਜੋ ਸਿੰਗਲ ਸੈਂਟੈਂਸ ਵਾਲੀ ਆਪਾਂ ਨੇ ਕੀਤੀਆਂ ਨੇ, ਫਿਲ ਇਨ ਦਾ ਬਲੈਂਕਸ ਜਾਂ ਫਿਰ ਸਹੀ ਆਰਡਰ ਦੇ ਵਿੱਚ ਲਾਉਣ ਵਾਲੀਆਂ, ਤੁਸੀਂ ਨੇ ਉਹਨਾਂ ਤੇ ਥੋੜ੍ਹਾ ਜਿਹਾ ਜ਼ਿਆਦਾ ਜ਼ੋਰ ਦੇ ਕੇ ਰੱਖਣਾ ਹੈ। ਬਾਕੀ ਸਾਰੀ ਹੀ ਐਕਸਰਸਾਈਜ਼ ਕਰੋ, ਸਮਝ ਆਉਣੀ ਜ਼ਰੂਰੀ ਹੈ। ਜੇਕਰ ਤੁਹਾਡੇ ਸਮਝ ਆਈ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰੋ। ਔਰ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਔਰ ਅੱਗੇ ਆਪਾਂ ਜਿਹੜੀਆਂ ਵੀਡੀਓਜ਼ ਨੇ ਆਪਾਂ ਜ਼ਿਆਦਾ ਸਮਾਂ ਹੁਣ ਨਹੀਂ ਲਵਾਂਗੇ, ਜਿਸ ਤਰ੍ਹਾਂ ਕਿ ਆਪਣਾ ਪਹਿਲਾਂ 1 ਮੰਥ ਜਿਹੜਾ ਉਹ ਲੰਘ ਗਿਆ ਸੀ, ਹੁਣ ਆਪਾਂ ਇੰਨਾ ਸਮਾਂ ਨਹੀਂ ਲਵਾਂਗੇ। ਆਪਾਂ ਤੁਹਾਡੇ ਲਈ ਟਾਈਮ ਸਿਰ ਜਿਹੜੀ ਵੀਡੀਓ ਆਪਾਂ ਪਾਉਂਦੇ ਰਹਾਂਗੇ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਹਾਜ਼ਰ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।